स्वागत। मैं हरजिंदर सिंह रंधावा, तुम देख रहे हो पंजाब टेलीविजन और मेरे नाल ने सीनियर जर्नलिस्ट जी भास्कर जी और इंद्रप्रीत जी। मैं दोनों ਨੂੰ जी आया आखदा। बहुत बहुत शुक्रिया रंधावा जी। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਰਵਾਇਤੀ ਸਿਆਸਤਦਾਨਾਂ ਖਿਲਾਫ ਸਾਜ਼ਿਸ਼ ਹੋ ਰਹੀ ਹੈ। ਇਹਨਾਂ ਨੂੰ ਬੇਦਖਲ ਕਰਨ ਤੇ ਆਮਾਦਾ ਹੈ ਪੂਰਾ ਸਿਸਟਮ। ਆਮ ਆਦਮੀ ਪਾਰਟੀ ਕਹਿੰਦੀ ਹੇਰਾਫੇਰੀ ਨਹੀਂ ਕਰਨ ਦੇਣੀ। ਡਾਕਟਰ ਬਲਬੀਰ ਸਿੰਘ ਕਹਿੰਦੇ ਅਸੀਂ ਐਂਬੂਲੈਂਸ ਨਹੀਂ ਦੇਣੀ VIP ਕਾਫਲਿਆਂ ਨੂੰ। ਹੁਣ ਹਾਈ ਕੋਰਟ ਦੇ ਵਿੱਚੋਂ ਇੱਕ ਡਾਇਰੈਕਸ਼ਨ ਆਉਂਦੀ ਹੈ, ਕਹਿੰਦੇ ਕਿਸੇ ਨੂੰ ਗਨਮੈਨ ਦੇਣੇ ਆ ਤੇ ਉਹਦੇ ਘਰ ਤੱਕ ਰੱਖੋ। ਇਹ ਨਹੀਂ ਵੀ ਉਹ ਸ਼ਗਨ ਦਿੰਦਾ ਫਿਰੇ, ਮਰਗਾ ਅਟੈਂਡ ਕਰਦਾ ਫਿਰੇ ਤੇ ਗਨਮੈਨ ਉਹਦੇ ਮਗਰ ਮਗਰ ਤੁਰੇ ਫਿਰਨ। ਬੰਦਾ ਪੁੱਛੇ ਫਿਰ ਸਿਆਸਤ ਵਿੱਚ ਕਿਸੇ ਨੇ ਲੈਣ ਕੀ ਆਉਣਾ? ਉਹ ਜੇ ਸ਼ਮਲਾ ਹੀ ਨਹੀਂ ਉੱਚਾ ਹੋਣਾ, ਜੇ ਮੁੱਛ ਨੂੰ ਤਾ ਹੀ ਨਹੀਂ ਦਿੱਤਾ ਜਾਣਾ, ਜੇ 4 ਗਨਮੈਨ ਅੱਗੇ ਪਿੱਛੇ ਨਾ ਹੋਣ, ਕੋਈ ਖਿੜਕੀ ਖੋਲਣ ਵਾਲਾ ਨਾ ਹੋਵੇ ਤੇ ਕੋਈ ਵਰਦੀ ਪਾ ਕੇ ਗੱਡੀ ਨਾ ਡਰਾਈਵ ਕਰ ਰਿਹਾ ਹੋਵੇ, ਫਿਰ ਸਿਆਸਤ ਚ ਆਉਣ ਦਾ ਫਾਇਦਾ ਕੀ? ਇਹ ਤਾਂ ਘਾਟੇ ਦਾ ਨਰੋਲ ਸੌਦਾ, ਆਪਾਂ ਨਹੀਂ ਜਾਣਾ ਇਹਦੇ ਚ। ਮੇਰਾ ਖਿਆਲ ਸਾਰੇ ਸਿਆਸਤਦਾਨ ਐਵੇਂ ਸੋਚ ਰਹੇ ਹੋਣਗੇ। ਮਾਮਲਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜਲੰਧਰ ਦੇ ਉਸ ਵਿਅਕਤੀ ਵੱਲੋਂ ਲਿਆਂਦਾ ਗਿਆ ਜਿਹੜਾ ਕਹਿੰਦਾ ਮੈਨੂੰ ਤਾਂ ਖਤਰਾ, ਮੈਨੂੰ ਤਾਂ ਦਿਓ ਸੁਰੱਖਿਆ। ਉਹ ਕਹਿੰਦੇ ਦੇ ਦਿੰਨੇ ਆ, ਸੁਰੱਖਿਆ ਦੇ ਦਿੰਨੇ ਆ, ਪਰ ਸੁਰੱਖਿਆ ਤੁਹਾਡੇ ਘਰ ਦੇ ਵਿੱਚ ਤੁਹਾਡੀ ਕਰਾਂਗੇ, ਨਾ ਬਾਹਰ ਨਿਕਲਣ ਦੇਣਾ, ਉੱਥੇ ਤੁਹਾਡੀ ਪੂਰੀ ਸੁਰੱਖਿਆ ਕਰਾਂਗੇ। ਇਹ ਮਾਮਲਾ ਬੜਾ ਦਿਲਚਸਪ ਹੈ। ਪਰ ਜਦੋਂ ਇਹ ਮਾਮਲਾ ਆਇਆ ਤੇ ਦੂਜਾ ਮਾਮਲਾ ਹਾਸੇ ਖੇਡੇ ਚ ਮੈਨੂੰ ਇੰਦਰਪ੍ਰੀਤ ਕਹਿੰਦੇ ਬਈ ਸਾਡੀ ਪੁਲਿਸ ਦਾ ਕੀ ਬਣੂ? ਹੁਣ ਕੱਲ ਸਾਡੇ ਮੁੱਖ ਮੰਤਰੀ ਅਮਿਤ ਸ਼ਾਹ ਜੀ ਨਾਲ, ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਆ, ਉਹਨਾਂ ਨਾਲ ਮੀਟਿੰਗ ਚ ਕਹਿੰਦੇ ਵੀ ਸਾਡੇ ਜਿਹੜੇ ਡਰੋਨ ਆ ਰਹੇ ਆ, ਨਸ਼ਿਆਂ ਦੇ ਮਾਮਲੇ ਆ, ਇਹਨਾਂ ਦੇ ਉੱਤੇ ਤੁਸੀਂ ਜਰਾ ਧਿਆਨ ਦਿਓ। ਉਹਨਾਂ ਸੁਝਾਅ ਦਿੱਤੇ, ਅਗਲੇ ਮੰਨ ਲਏ ਹੋਣਗੇ। ਹੁਣ ਸਵਾਲ ਇਸ ਗੱਲ ਦਾ ਹੈ ਕਿ ਪੰਜਾਬ ਪੁਲਿਸ ਕੀ ਕਰੂਗੀ? ਨਸ਼ਿਆਂ ਦਾ ਕੰਮ ਸਾਂਭ ਲਿਆ NCB ਨੇ, ਕੱਲ ਦਫ਼ਤਰ ਖੁੱਲ ਗਿਆ ਅੰਮ੍ਰਿਤਸਰ ਦੇ ਵਿੱਚ, ਔਰ ਕ੍ਰਾਈਮ ਦਾ ਕੰਮ ਸਾਂਭ ਲਿਆ NIA ਨੇ, ਤੇ ਜੇ ਵੱਡੇ ਆਰਥਿਕ ਅਪਰਾਧ ਨੇ ਤਾਂ ਉਹ ਸਾਂਭ ਲਏ ED ਨੇ। ਹੁਣ ਸਾਡੀ ਪੰਜਾਬ ਪੁਲਿਸ ਕੀ ਕਰੂਗੀ? ਇਹ ਖਿਆਲ ਇੰਦਰਪ੍ਰੀਤ ਜੀ ਦਾ ਇਹਨਾਂ ਤੋਂ ਸਮਝਦੇ ਆ। ਵੈਸੇ ਜਦੋਂ ਅਸੀਂ ਥੋੜੇ ਜਿਹੇ ਅੱਗੇ ਤੁਰਦੇ ਆ ਨਾ, ਤਾਂ ਦਿੱਲੀ ਦੇ ਵਿੱਚ ਜਿਹੜਾ ਆਰਡੀਨੈਂਸ ਲਿਆਂਦਾ ਸੀ, ਦਿੱਲੀ ਸਰਕਾਰ ਦੀਆਂ ਤਾਕਤਾਂ ਨੂੰ ਵਾਪਸ ਲੈਣ ਲਈ ਆਰਡੀਨੈਂਸ ਆਇਆ ਸੀਗਾ, ਉਸੇ ਸੰਦਰਭ ਦੇ ਵਿੱਚ ਕੱਲ ਕੇਜਰੀਵਾਲ ਕੁਝ ਸ਼ਰਤਾਂ ਨਾਲ ਸ਼ਾਮਲ ਹੋ ਗਏ ਬੰਗਲੁਰੂ ਦੀ ਮੀਟਿੰਗ 'ਚ। ਪਰ ਇਧਰਲੇ ਬੰਨੇ ਕੇਂਦਰ ਨੇ ਹਲਫਨਾਮਾ ਦਾਇਰ ਕਰਤਾ ਸੁਪਰੀਮ ਕੋਰਟ 'ਚ। ਉਹ ਹਲਫਨਾਮਾ ਬੜਾ ਦਿਲਚਸਪ ਹੈ। ਉਹ ਕਹਿੰਦੇ ਅਸੀਂ ਆਰਡੀਨੈਂਸ ਕਿਉਂ ਲਿਆਂਦਾ? ਉਹ ਕਹਿੰਦੇ ਤੁਸੀਂ ਤਾਂ ਸੁਪਰੀਮ ਕੋਰਟ ਨੇ ਤਾਂ ਚੁਣੀ ਸਰਕਾਰ ਨੂੰ ਤਾਕਤਾਂ ਦੇਤੀਆਂ, ਪਰ ਇਹ ਦਿੱਲੀ ਹੈ ਕਿਹੋ ਜਿਹਾ ਇਲਾਕਾ ਤੇ ਇਹਦੇ ਵਿੱਚ ਸਾਡੀਆਂ ਲੋੜਾਂ ਕੀ ਹੈ ਤੇ ਉੱਥੇ ਹੋ ਕੀ ਰਿਹਾ ਸੀ ਤੇ ਸਾਨੂੰ ਲਿਆਉਣਾ ਕਿਉਂ ਪਿਆ? ਇਹ ਭਾਸਕਰ ਸਾਹਿਬ ਤੋਂ ਸਮਝਦੇ ਆ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਉਹਨਾਂ ਨੇ ਕੈਟੇਗੋਰੀਕਲੀ ਮੈਂਸ਼ਨ ਕੀਤੀਆਂ। ਲੇਕਿਨ ਉਂਝ ਸੁਪਰੀਮ ਕੋਰਟ ਦਾ ਰੁਖ ਇਸ ਮਾਮਲੇ ਨੂੰ ਸੰਵਿਧਾਨਕ ਬੈਂਚ ਹਵਾਲੇ ਕਰਨ ਦਾ ਹੈ। ਆਪਾਂ ਗਵਰਨਰ ਪੰਜਾਬ ਤੇ ਮੁੱਖ ਮੰਤਰੀ ਦੀ ਜੇ ਲੜਾਈ 'ਚ ਨਾ ਗਏ, ਇਹ ਸ਼ਹਿਮਾਦ ਦੀ ਗੇਮ ਨੂੰ ਨਾ ਧਿਆਨ ਦਿੱਤਾ, ਤਾਂ ਤੁਸੀਂ ਕਹਿਣਾ ਵੀ ਇਹ ਪਾਸਿਓਂ ਦੀ ਲੰਘ ਜਾਂਦੇ। ਵੈਸੇ ਮੁੱਖ ਮੰਤਰੀ ਸਾਹਿਬ, ਗਵਰਨਰ ਸਾਹਿਬ ਨੇ ਤਾਂ ਲਿਖਤੀ ਚਿੱਠੀ। ਉਹ ਤੁਹਾਡੀ ਚਿੱਠੀ ਕਿੱਥੇ ਆ? ਅਗਲਿਆਂ ਨੇ, ਹਰਿਆਣੇ ਵਾਲਿਆਂ ਨੇ 12 ਏਕੜ ਦੀ ਨਿਸ਼ਾਨਦੇਹੀ ਕਰਤੀ ਹੈ ਕੱਲ ਦੀ। ਉਹਨਾਂ ਨੇ ਉਹ ਜ਼ਮੀਨ ਫਾਈਨਲ ਕਰਤੀ ਜਿਹਦੇ ਉੱਤੇ ਡਿਮਾਰਕੇਸ਼ਨ ਮੰਗਦਾ ਸੀ ਚੰਡੀਗੜ੍ਹ ਪ੍ਰਸ਼ਾਸਨ ਵੀ ਜਿਹੜੀ ਸਾਨੂੰ ਦੇਣੀ, ਪਹਿਲਾਂ ਉਹਦਾ ਥੋ ਪਤਾ ਤੇ ਦੱਸੋ ਉਹਦੀਆਂ ਕਿੱਥੇ ਨੇ ਪ੍ਰਵਾਨਗੀਆਂ, ਉਹ ਸਾਡੇ ਕੰਮ ਵੀ ਆਊ ਕਿ ਨਹੀਂ। ਹੁਣ ਮੁੱਢਲੇ ਪੜਾਅ 'ਚ ਹਰਿਆਣੇ ਸਰਕਾਰ ਨੇ, ਹਰਿਆਣੇ ਦੇ ਅਧਿਕਾਰੀਆਂ ਨੇ ਉਹਦੀ ਨਿਸ਼ਾਨਦੇਹੀ ਡਿਮਾਰਕੇਸ਼ਨ ਕਰਤੀ ਆ। ਉਹ ਪੁੱਛੋ ਗਵਰਨਰ ਸਾਹਿਬ ਨੂੰ, ਉਹ ਸਾਡੀ ਰਾਜਧਾਨੀ ਸਾਡੇ ਪੁੱਛੇ ਬਿਨਾਂ ਡੀਲ ਕਿਉਂ ਕਰੀ ਜਾਂਦੇ ਹੋ? ਇਹ ਤਾਂ ਤੁਹਾਡੀ ਚਿੱਠੀ ਨਹੀਂ ਆਈ। ਇੰਦਰਪ੍ਰੀਤ ਜੀ, ਸਭ ਤੋਂ ਪਹਿਲਾਂ ਮੈਨੂੰ ਸਮਝਾਓ, ਜਲੰਧਰ ਦੇ ਕੁਮਾਰ ਜਿਹੜੇ ਕਿ ਸਿਕਿਉਰਿਟੀ ਲੈਣ ਗਏ ਸੀ, ਉਹਨਾਂ ਸਾਰੇ ਪੰਜਾਬ ਦੇ ਸਿਆਸਤਦਾਨਾਂ ਦੇ ਮੂਹਰੇ ਪਹਾੜ ਖੜਾ ਕਰਤਾ। ਰੰਧਾਵਾ ਸਾਹਿਬ, ਇੱਕ ਤਾਂ ਪਿਛਲੇ ਦਿਨਾਂ 'ਚ ਇੱਕ ਖਬਰ ਨਸ਼ਰ ਹੋਈ ਸੀ ਬੜੀ ਇੰਪੋਰਟੈਂਟ ਇੰਡੀਅਨ ਐਕਸਪ੍ਰੈਸ ਦੇ ਵਿੱਚ। ਉਹ ਬੜੀ ਹੈਰਾਨੀਜਨਕ ਸੀ, ਖਾਸ ਤੌਰ ਤੇ ਮੇਰੇ ਲਈ ਤਾਂ ਬਹੁਤ ਹੈਰਾਨੀਜਨਕ ਸੀ ਜਦੋਂ ਕਿ ਉਹ ਪੰਜਾਬ ਦੇ ਸੰਦਰਭ ਸੀ। ਉਹ 'ਚ ਆਇਆ ਕਿ 1 ਦਰਜਨ ਤੋਂ ਜ਼ਿਆਦਾ ਸ਼ਿਵ ਸੈਨਾਵਾਂ ਜਿਹੜੀਆਂ ਨੇ ਪੰਜਾਬ 'ਚ ਸਕਰੀਏ ਨੇ। ਮੈਨੂੰ ਤਾਂ ਕਦੀ ਵੈਸੇ ਉਹ ਕਦੀ ਇਲੈਕਸ਼ਨ ਲੜਦੀਆਂ ਵੀ ਨਹੀਂ ਦਿਖੀਆਂ, ਨਾ ਕਦੇ ਹੋਰ ਕਿਸੇ ਸੰਘਰਸ਼ ਕਰਦੀਆਂ ਦਿਖੀਆਂ ਨੇ, ਪਰ 1 ਦਰਜਨ ਤੋਂ ਵੱਧ ਸ਼ਿਵ ਸੈਨਾਵਾਂ ਦੇ ਯੂਨਿਟ ਹੈਗੇ ਨੇ ਇੱਥੇ, ਤੇ ਜਿਨ੍ਹਾਂ ਨੂੰ ਸਾਰਿਆਂ ਨੂੰ 1 ਦਰਜਨ ਤੋਂ ਜ਼ਿਆਦਾ ਜਿਹੜੇ ਹੈਗੇ ਉਹਨਾਂ ਦੇ ਜਿਹੜੇ ਪ੍ਰਧਾਨ ਨੇ, ਉਹਨਾਂ ਨੂੰ ਸਿਕਿਉਰਿਟੀ ਗਾਰਡ ਮਿਲੇ ਹੋਏ ਨੇ, ਜਿਪਸੀਆਂ ਮਿਲੀਆਂ ਹੋਈਆਂ ਨੇ, ਸਾਰਾ ਅਮਲਾ ਮਿਲਿਆ ਹੋਇਆ। ਇਸੇ ਤਰ੍ਹਾਂ ਦਾ ਇੱਕ ਇਹ ਵੀ ਹੈਗਾ, ਅਰਵਿੰਦ ਕੁਮਾਰ ਸ਼ਰਮਾ ਹੈ ਜਲੰਧਰ ਦਾ ਲੀਡਰ, ਉਹਨੇ ਵੀ ਇਸ ਤਰ੍ਹਾਂ ਦਾ ਪਾਇਆ ਵੀ ਉਹਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਤੋਂ ਖਤਰਾ ਹੈ। ਉਹਨੂੰ ਪਿੱਛੇ ਜੇ ਇੱਕ ਪੱਤਰ ਆਇਆ ਜਿਸ ਉਹਨੂੰ ਧਮਕੀ ਦਿੱਤੀ ਗਈ ਹੈ ਤੇ ਉਹਨੂੰ ਸਿਕਿਉਰਿਟੀ ਦਿੱਤੀ ਜਾਏ। ਹੁਣ ਤੱਕ ਉਹਨੇ ਪ੍ਰਾਈਵੇਟ ਗਨਮੈਨ ਹੀ ਉੱਥੇ ਰੱਖੇ ਹੋਏ ਨੇ ਤੇ ਸਰਕਾਰ ਤੋਂ ਉਹਨੇ ਮੰਗ ਕੀਤੀ ਕਿ ਮੈਨੂੰ
ਦਿੱਤੇ ਜਾਣ ਗਨਮੈਨ। ਕੇਸ ਅਦਾਲਤ 'ਚ ਲੱਗਿਆ ਤੇ ਅਦਾਲਤ ਨੇ ਬਹੁਤ ਵਧੀਆ ਇੱਕ ਫੈਸਲਾ ਦਿੱਤਾ ਜੋ ਮੈਨੂੰ ਲੱਗਦਾ ਕਿ ਇਹਦੇ ਵਾਸਤੇ ਤਾਂ ਬਹੁਤ ਹੀ ਘੱਟੋ ਘੱਟ ਜ਼ਰੂਰੀ ਹੈ। ਉਹਨਾਂ ਨੇ ਕਿਹਾ ਕਿ ਠੀਕ ਹੈ ਤੁਹਾਨੂੰ ਦੇ ਦਿੰਦੇ ਹਾਂ, ਸੁਰੱਖਿਆ ਮੁਹੱਈਆ ਕਰਾ ਦਿੰਦੇ ਹਾਂ, ਪਰ ਤੁਸੀਂ ਘਰ ਤੋਂ ਬਾਹਰ ਨਹੀਂ ਜਾਓਗੇ ਕਿਉਂਕਿ ਤੁਹਾਡੀ ਤਾਂ ਸੁਰੱਖਿਆ ਨੂੰ ਖਤਰਾ ਹੈ ਤੇ ਫਿਰ ਤੁਸੀਂ ਬਾਹਰ ਕਿਵੇਂ ਜਾਓਗੇ। ਇਸ ਕਰਕੇ ਤੁਸੀਂ ਘਰ ਦੇ ਅੰਦਰ ਹੀ ਰਹੋਗੇ, ਅੰਦਰ ਤੁਹਾਡੀ ਪੂਰੀ ਸੁਰੱਖਿਆ ਚੌਬੰਦ ਹੋਏਗੀ। ਸੋ ਮੈਨੂੰ ਲੱਗਦਾ ਕਿ ਇਹ ਇੱਕ ਜਿਹੜਾ ਫੈਸਲਾ ਆਇਆ ਹੈ ਇਹ ਬਾਕੀਆਂ ਦਾ ਵੀ ਲਾਗੂ ਹੋਣਾ ਚਾਹੀਦਾ ਜਿਨ੍ਹਾਂ ਨੇ ਘੱਟੋ ਘੱਟ ਇਸੇ ਕਰਕੇ ਹੀ ਰੱਖੇ ਹੋਏ ਨੇ। ਬਿਲਕੁਲ ਤੁਸੀਂ ਦੇਖੋ ਬਹੁਤ ਸਾਰੇ ਇਦਾਂ ਦੇ ਵਿਅਕਤੀ ਨੇ, ਜੇ ਇੱਕ ਵਾਰੀ ਤੁਸੀਂ, ਮੈਂ ਤੁਹਾਨੂੰ ਪਹਿਲਾਂ ਵੀ ਸ਼ਾਇਦ ਇਸ ਪ੍ਰੋਗਰਾਮ 'ਚ ਕਿਹਾ ਸੀਗਾ ਕਿ ਮਨਪ੍ਰੀਤ ਬਾਦਲ ਨੇ ਵਿਧਾਨ ਸਭਾ 'ਚ ਕਿਹਾ ਸੀ ਇਹ ਗੱਲ ਕਿ ਪੰਜਾਬ ਪੁਲਿਸ ਦੇ 8000 ਮੁਲਾਜ਼ਮ ਜਿਹੜੇ ਨੇ ਉਹ ਸਰਪੰਚਾਂ ਤੋਂ ਲੈ ਕੇ ਚੀਫ ਮਿਨਿਸਟਰ ਤੱਕ ਨੂੰ ਜਿਹੜੀ ਹੈਗੀ ਹੈ ਸਿਕਿਉਰਿਟੀ ਮੁਹੱਈਆ ਕਰਾ ਰਹੇ ਨੇ। ਤੁਹਾਨੂੰ ਧਿਆਨ ਜਾਊਗਾ ਵੀ 8000 ਤਾਂ ਚੰਗੀ ਸਟੇਟਾਂ ਦੀ ਟੋਟਲ ਪੁਲਿਸ ਫੋਰਸ ਨਹੀਂ ਹੈ ਜਿੰਨੀ ਅਸੀਂ ਕੱਲੀ ਸਿਕਿਉਰਿਟੀ ਲਈ ਰੱਖੀਏ। ਥਾਣੇ ਸਾਡੇ ਖਾਲੀ ਪਏ ਨੇ ਤੇ ਇਹ ਜਿਹੇ ਬੰਦੇ ਅਸੀਂ ਰੱਖ ਕੇ ਪੰਜਾਬ ਦੇ ਲੋਕਾਂ ਦੇ ਜਿਹੜਾ ਭਾਰ ਪਾਇਆ ਹੋਇਆ ਉਹ ਇੱਕ ਬੜਾ ਵੱਡਾ ਚਿੰਤਾ ਦਾ ਵਿਸ਼ਾ ਹੈ। ਉਹ ਇਸ ਕਰਕੇ ਵੀ ਕਿ ਜਦੋਂ ਵੀ ਕੋਈ ਚੀਫ ਮਿਨਿਸਟਰ ਜਾਂ ਕੋਈ ਵੀ ਵਿਅਕਤੀ, ਕੋਈ ਪੋਲੀਟੀਕਲ ਪਾਰਟੀ ਇਸ ਗੱਲ ਤੇ ਆਉਂਦੀ ਹੈ ਕਿ ਨਹੀਂ ਯਾਰ ਇਹ ਸਿਕਿਉਰਿਟੀ ਵਾਲਾ ਇਹ ਘਟਾਓ, ਚਾਹੇ ਉਹ ਮਨਪ੍ਰੀਤ ਬਾਦਲ ਨੇ ਉਦੋਂ ਗੱਲ ਕੀਤੀ ਹੋਵੇ, ਚਾਹੇ ਚਰਨਜੀਤ ਚੰਨੀ ਨੇ ਆਪਣੀ ਸੁਰੱਖਿਆ ਘਟਾਉਣ ਦੀ ਗੱਲ ਕੀਤੀ ਹੋਵੇ, ਚਾਹੇ ਜਿਹੜੇ ਆਪਣੇ ਭਗਵੰਤ ਮਾਨ ਨੇ ਇਹਨਾਂ ਨੇ ਵੀ ਸੁਰੱਖਿਆ ਘਟਾਉਣ ਦੀ ਗੱਲ ਕੀਤੀ ਹੋਵੇ, ਕਰਦੇ ਜ਼ਰੂਰ ਨੇ ਪਰ ਉਨੀ ਹੀ ਵੱਧ ਜਾਂਦੀ ਹੈ। ਜਾਂ ਇਹੋ ਜਿਹਾ ਕੋਈ ਕਾਂਡ ਹੁੰਦਾ ਹੈ ਕਿ ਸਿਕਿਉਰਿਟੀ ਸਾਰਿਆਂ ਨੂੰ ਦੇਣੀ ਪੈ ਜਾਂਦੀ ਹੈ। ਹੁਣ ਮੈਨੂੰ ਨਹੀਂ ਪਤਾ ਕਿ ਉਹ ਕਾਂਡ ਸੰਯੋਗ ਨਾਲ ਹੋ ਜਾਂਦਾ ਹੈ ਕਿ ਕਰਾਇਆ ਜਾਂਦਾ ਹੈ, ਇਹ ਇੱਕ ਸਵਾਲ ਹੈਗੇ ਨੇ ਜਿਨ੍ਹਾਂ ਦੇ ਉੱਤੇ ਗੱਲ ਕਰਨੀ ਬਣਦੀ ਹੈ। ਪਰ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਦਾ ਇਹ ਫੈਸਲਾ ਆਇਆ ਉਹ ਇੱਕ ਬਹੁਤ ਇੰਟਰਸਟਿੰਗ ਹੈ। ਘੱਟੋ ਘੱਟ ਇਹਦੇ ਨਾਲ ਜੇ ਇਹ ਕਿਉਂਕਿ 1 ਮਹੀਨੇ ਵਾਸਤੇ ਇਹ ਫੈਸਲਾ ਕਿਉਂਕਿ ਇਹ ਇਸ ਕਰਕੇ ਇੰਪੋਰਟੈਂਟ ਹੈ ਵੀ ਜਦੋਂ ਇਸ ਕਿਸਮ ਦੇ ਲੋਕ ਜੇ ਆਪਣੇ ਆਪ ਹੀ ਹੱਥ ਜੋੜ ਦੇਣਗੇ ਵੀ ਜੀ ਨਹੀਂ ਸਾਨੂੰ ਤਾਂ ਚਾਹੀਦੀ ਨਹੀਂ, ਜੇ ਸਾਨੂੰ ਬਾਹਰ ਹੀ ਨਹੀਂ ਨਿਕਲਣ ਦੇਣਾ, ਜਿਹਦੇ ਕਰਕੇ ਅਸੀਂ ਟੌਰ ਜਿੱਥੇ ਮਾਰਨੀ ਸੀ ਉੱਥੇ ਤਾਂ ਅਸੀਂ ਜਾ ਹੀ ਨਹੀਂ ਪਾ ਰਹੇ, ਤਾਂ ਫਿਰ ਸੁਰੱਖਿਆ ਲੈਣ ਦਾ ਫਾਇਦਾ ਕੀ ਹੋਇਆ। ਤਾਂ ਫਿਰ ਮੈਨੂੰ ਲੱਗਦਾ ਕਿ ਜਿਹੜੇ ਸਾਡੇ ਥਾਣੇ ਨੇ ਘੱਟੋ ਘੱਟ ਉਹ ਕੰਮ ਕਰਨਾ ਸ਼ੁਰੂ ਕਰ ਦੇਣਗੇ, ਇਹ ਲੋਕ ਵਾਪਸ ਆ ਜਾਣਗੇ। ਭਾਸਕਰ ਸਾਹਿਬ ਇਹ ਮਾਮਲਾ ਦਿਲਚਸਪ ਹੈ। ਵੈਸੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਗਵਰਨਮੈਂਟ ਦੇ, ਉਹਨਾਂ ਲਈ ਕੋਈ ਪ੍ਰੋਟੋਕਾਲ ਹੋਊਗਾ ਔਰ ਉਹਦੇ ਅਨੁਸਾਰ ਸਿਕਿਉਰਿਟੀ ਦਿੱਤੀ ਜਾਣੀ ਚਾਹੀਦੀ ਹੈ। ਕੋਈ ਐਮਐਲਏ ਆ, ਕੋਈ ਵਜ਼ੀਰ ਹੈ, ਜੇ ਕਿਸੇ ਚੇਅਰਮੈਨ ਨੂੰ ਵੀ ਨਿਰਧਾਰਤ ਇੱਕ ਅੱਧ ਗਨਮੈਨ ਹੈ ਦੇ ਦਿਓ, ਔਰ ਜਿਹੜੇ ਅਫਸਰ ਬੜੇ ਕ੍ਰਿਟੀਕਲ ਫੈਸਲੇ ਲੈਂਦੇ ਆ ਉਹਨਾਂ ਨੂੰ ਵੀ ਜੇ ਕੋਈ ਇੱਕ ਅੱਧ ਬੰਦਾ ਸਿਕਿਉਰਿਟੀ ਵਜੋਂ ਦੇਣਾ ਹੈ ਤਾਂ ਕੋਈ ਮੁਸ਼ਕਿਲ ਨਹੀਂ, ਅਦਰਵਾਈਜ਼ ਲੋੜ ਨਹੀਂ ਹੁੰਦੀ। ਖੈਰ ਅਸੀਂ ਜੇਕਰ ਸਿਰਫ ਤੇ ਸਿਰਫ ਆਪਣੀ ਚੌਧਰ ਚਮਕਾਉਣ ਲਈ, ਆਪਣਾ ਸਮਾਜਿਕ ਰੁਤਬਾ ਵਧਾਉਣ ਲਈ ਇਸ ਤਰ੍ਹਾਂ ਦਾ ਸਿਕਿਉਰਿਟੀ ਫੋਰਸਸ ਦਾ ਦੁਰਵਰਤੋਂ ਕਰਨੀ ਹੈ ਤਾਂ ਸਰਕਾਰਾਂ ਨੂੰ ਇਹਦੇ ਉੱਤੇ ਧਿਆਨ ਦੇਣ ਦੀ ਲੋੜ ਆ। ਸਾਰਿਆਂ ਦੀ ਸਮੀਖਿਆ ਹੋ ਕੇ ਇਦਾਂ ਦਾ ਤਰੀਕਾ ਬਣਾ ਦਿਓ ਵੀ ਆਪਾਂ ਬਾਹਰ ਨਹੀਂ ਜੇ ਜਾਣ ਦੇਣਾ ਭਾਈ, ਤੁਸੀਂ ਤਾਂ ਸਿਰਫ ਆਪਣੀ ਚਾਰ ਦੀਵਾਰੀ ਦੇ ਅੰਦਰ ਰਹੋਗੇ। ਹੱਥ ਜੋੜ ਕੇ ਛੱਡਣਗੇ। ਮੈਂ ਤੁਹਾਨੂੰ ਦੱਸਾਂ, ਜੇ ਕਿਸੇ ਨੂੰ ਚਾਹੀਦੀ ਹੋਊ ਪ੍ਰਾਈਵੇਟ ਬੰਦੇ ਲੈਣਗੇ, ਦੇਣਗੇ 30-30,000 ਰੁਪਇਆ ਮਹੀਨੇ ਦਾ ਬੰਦਿਆਂ ਨੂੰ, ਤੇ ਨਾਲੇ ਲੋਕਾਂ ਨੂੰ ਰੁਜ਼ਗਾਰ ਮਿਲੂਗਾ। ਕੀ ਕਹਿੰਦੇ? ਹਾਲਾਂਕਿ ਜਸਟਿਸ ਅਨੂਪ ਚਟਕਾਰਾ ਉਹਨਾਂ ਨੇ ਜ਼ਿਆਦਾ ਆਰਡਰ ਕੀਤਾ ਹੋਏਗਾ ਇਹਦੇ ਵਿੱਚ ਪੋਲੀਟੀਸ਼ੀਅਨਸ ਨੂੰ ਜਾਂ ਉਹ ਤਮਾਮ ਅਫਸਰ ਕਹਿ ਲਓ ਜਾਂ ਉਹ ਲੋਕ ਜਿਨ੍ਹਾਂ ਨੂੰ ਬੜਾ ਤਾਮ-ਝਾਮ ਸਿਕਿਉਰਿਟੀ ਦਾ ਮਿਲਿਆ ਹੋਇਆ। ਕਦੀ ਤੁਸੀਂ ਹਾਈਵੇ ਦੇ ਵਿੱਚ ਨਿਕਲੋ ਤੇ ਤੁਹਾਡੇ ਪਿੱਛੋਂ 1.5-2-4 ਕਿਲੋਮੀਟਰ ਪਿੱਛੋਂ ਕੋਈ ਗੱਡੀ ਸਾਇਰਨ ਵਜਾਉਂਦੀ ਆਉਂਦੀ ਹੈ ਔਰ ਉਹਦੀ ਅਗਲੀ ਜਿਪਸੀ ਦੇ ਵਿੱਚ ਕਾਲੇ ਕੱਪੜੇ ਵਾਲੇ ਲਟਕੇ ਹੁੰਦੇ ਨੇ ਔਰ ਤੁਹਾਨੂੰ ਏਦਾਂ ਹੱਥ ਹਿਲਾ ਕੇ ਸਾਈਡ ਵਿੱਚ ਹੋਣ ਕਹਿੰਦੇ ਆ ਜਿੱਦਾਂ ਤੁਹਾਡਾ ਉਸ ਸੜਕ ਦੇ ਉੱਤੇ ਹੋਣ ਦਾ ਕੋਈ ਹੱਕ ਹੀ ਨਹੀਂ ਹੈਗਾ। ਔਰ ਜੇ ਤੁਸੀਂ ਉਹ ਤੋਂ ਅੱਗੇ ਚੱਲ ਰਹੇ ਹੋ ਤਾਂ ਤੁਹਾਨੂੰ ਕਹਿੰਦੇ ਪਿੱਛੇ ਹਟ। ਯਾਨੀ ਇਹ ਸਾਰੀ ਗੱਲਾਂ ਇੱਕ ਸਟੇਟਸ ਸਿੰਬਲ ਦੇ ਰੂਪ ਵਿੱਚ ਦੇਖੀ ਜਾ ਰਹੀ ਸੀ। ਜਿਹੜਾ ਹੁਣ ਜਸਟਿਸ ਚਟਕਾਰਾ ਉਹਨਾਂ ਦੀ ਗੱਲ ਕਰੀਏ, ਉਹਨਾਂ ਨੇ ਆਰਡਰ ਤੇ ਦਿੱਤਾ ਹੈ, ਉਹਨਾਂ ਨੇ ਕਿਹਾ ਵੀ ਤੁਸੀਂ ਘਰ ਤੋਂ ਫਾਲਤੂ ਨਹੀਂ ਨਿਕਲਣਾ। ਔਰ ਫਾਲਤੂ ਦੇ ਵਿੱਚ ਕੀ ਕੀ ਚੀਜ਼ ਇਨਕਲੂਡ ਕੀਤੀ ਹੈ, ਕਹਿੰਦੇ ਕੋਈ ਵਿਆਹ 'ਚ ਨਹੀਂ ਜਾਣਾ, ਕੋਈ ਪਾਰਟੀ 'ਚ ਨਹੀਂ ਜਾਣਾ ਔਰ ਕਿਸੇ ਵੀ ਇਸ ਤਰ੍ਹਾਂ ਦੀ ਜਗ੍ਹਾ ਨਹੀਂ ਜਾਣਾ ਜਿੱਥੇ ਤੁਹਾਨੂੰ ਜਾਣ ਦਾ ਖਤਰਾ ਹੈ, ਕਿਉਂਕਿ ਤੁਸੀਂ ਆਪਣੀ ਜਾਨ ਨੂੰ ਆਪ ਖਤਰੇ 'ਚ ਕਿਉਂ ਪਾ ਰਹੇ ਹੋ। ਅਸੀਂ ਤੁਹਾਨੂੰ ਸਿਕਿਉਰਿਟੀ ਦੇਵਾਂਗੇ ਤੁਹਾਡੇ ਘਰ ਦੇ ਅੰਦਰ। ਯਾਨੀ ਤੁਸੀਂ ਪ੍ਰਾਈਵੇਟ ਸਿਕਿਉਰਿਟੀ ਵੀ ਰੱਖਣਾ ਚਾਹੋਗੇ ਤਾਂ ਵੀ ਉਹ ਅਲਾਉਡ ਨਹੀਂ ਹੋਏਗੀ, ਕਿਉਂਕਿ ਜਿਹੜੀ ਰਿਕੋਗਨਾਈਜ਼ਡ ਜਿਹੜੀ ਸਿਕਿਉਰਿਟੀ ਤੁਹਾਨੂੰ ਦਿੱਤੀ ਹੈ ਉਸ ਤੋਂ ਇਲਾਵਾ ਜੇ ਬਾਉਂਸਰ ਰੱਖੋਗੇ ਉਹਨਾਂ ਨੂੰ ਵੀ ਪਰਾ ਰੱਖੋ, ਉਹਨਾਂ ਤੋਂ ਵੀ ਜਾਨ ਦਾ ਖਤਰਾ ਤੁਹਾਨੂੰ ਹੋ ਸਕਦਾ ਹੈ। ਏਦਾਂ ਦੇ ਆਰਡਰ ਤੇ ਬੜੇ ਜ਼ਬਰਦਸਤ ਹੈਗੇ ਨੇ, ਪਰ ਜਦ ਤੱਕ ਇੰਪਲੀਮੈਂਟੇਸ਼ਨ ਦੇ ਵਿੱਚ ਆਉਂਦੇ ਨੇ ਤੁਸੀਂ ਇਹ ਦੇਖੋ ਕਿ ਪੋਲੀਟੀਸ਼ੀਅਨਾਂ ਨੂੰ, ਹੁਣ ਸਾਡੇ ਜਲੰਧਰ ਦੇ 2 ਐਮਐਲਏ ਹੈਗੇ ਨੇ, ਦੋਨਾਂ ਨੂੰ ਜਿਪਸੀਆਂ ਪੂਰੀ ਮਿਲੀ ਹੋਈ ਸੀ, ਪਰ ਇਹ ਜੀਮਨੀ ਚੋਣ ਤੋਂ ਬਾਅਦ ਇੱਕ ਐਮਐਲਏ ਦੀ ਜਿਪਸੀਆਂ ਹਟਾ ਲਈ। ਹੁਣ ਏਦਾਂ ਦੇ ਕੇਸ ਦੇ ਵਿੱਚ ਜੇ ਸਟੇਟਸ ਸਿੰਬਲ ਨਹੀਂ ਰਹੂਗਾ ਤੇ ਕੌਣ ਸਿਕਿਉਰਿਟੀ ਲਊਗਾ ਘਰ ਦੇ ਅੰਦਰ? ਤੇ ਕਿਸੇ ਵੀ ਵਿਅਕਤੀ ਨੂੰ ਆਪਣੀ ਪਤਨੀ ਤੋਂ ਕੋਈ ਖਤਰਾ ਹੋ ਸਕਦਾ ਹੈ, ਤੇ ਉੱਥੇ ਵੀ ਜੇ ਘਰ ਵਿੱਚ ਹੋਏ ਝਗੜੇ ਦੇ ਵਿੱਚ ਵੀ ਸਿਕਿਉਰਿਟੀ ਇੰਟਰਵੀਨ ਕਰੇਗੀ। ਇਹ ਗੱਲਾਂ ਵੀ ਦੇਖਣ ਵਾਲੀ ਹੈਗੀ ਹੈ। ਪਰ ਹਾਂ, ਸਟੇਟਸ ਸਿੰਬਲ ਸਿਕਿਉਰਿਟੀ ਲਿੱਤੀ ਜਾਂਦੀ ਹੈ ਸਟੇਟਸ ਵਾਸਤੇ,
ਇਹਨੂੰ ਕਟੇਲ ਕਰਨਾ ਔਖਾ ਬਹੁਤ ਹੈ। ਇਸ ਆਰਡਰ ਦੇ ਨਾਲ ਇਹ ਨਹੀਂ ਹੈ ਕਿ ਵੀ ਇਹ ਸਟੇਟਸ ਸਿੰਬਲ ਵਾਲੀ ਸਿਕਿਉਰਿਟੀ ਖਤਮ ਹੀ ਹੋ ਜਾਏਗੀ, ਪਰ ਹੋਣੀ ਚਾਹੀਦੀ ਹੈ। ਜਨਤਾ ਦੀ ਮੰਗ ਹੈਗੀ ਹੈ, ਕਿਉਂਕਿ ਸਾਡੇ ਦੁਆਰਾ ਇਲੈਕਟ ਕੀਤੇ ਹੋਏ ਲੋਕ ਜੇ ਸਾਡੇ ਅੱਗੇ ਹੀ ਕਾਲੇ ਕੱਪੜੇ ਪਾ ਕੇ ਤੁਹਾਨੂੰ ਪਰਾਂ ਜਾਣ ਨੂੰ ਕਹਿੰਦੇ ਨੇ ਤੇ ਦੁੱਖ ਤੇ ਹੁੰਦਾ। ਪਰ ਚਲੋ ਸਵਾਲ ਤੁਸੀਂ ਕਾਫੀ ਪੰਗੇ ਵਾਲਾ ਖੜਾ ਕਰਤਾ। ਤੁਸੀਂ ਇਹ ਸ਼ਾਦੀ ਵਿਆਹ ਦੇ ਇੰਸਟੀਟਿਊਸ਼ਨ ਨੂੰ ਹੀ ਕਟਾਰੇ 'ਚ ਖੜਾ ਕਰਤਾ ਵੀ ਬੰਦੇ ਨੂੰ ਘਰੋਂ ਔਰਤ ਤੋਂ ਖਤਰਾ ਹੋ ਸਕਦਾ। 50% ਆਬਾਦੀ ਨਾਲ ਸਿੱਧਾ ਪੰਗਾ ਲਿਆ, ਔਰਤ ਨੂੰ ਬੰਦੇ ਤੋਂ ਵੱਧ ਖਤਰਾ ਨਹੀਂ ਹੁੰਦਾ ਹਮੇਸ਼ਾ। ਇਹ ਸਵਾਲ ਨੂੰ ਤੁਸੀਂ ਅਧੂਰਾ ਛੱਡ ਗਏ। ਸਵਾਲ ਇਸ ਗੱਲ ਦਾ ਨਹੀਂ, ਸਵਾਲ ਤੇ ਇਸ ਗੱਲ ਦਾ ਹੈ ਕਿ ਜਦੋਂ ਚਿਤਕਾਰਾ ਸਾਹਿਬ, ਜਸਟਿਸ ਚਿਤਕਾਰਾ ਸਾਹਿਬ ਨੇ ਇਹ ਫੈਸਲਾ ਕੀਤਾ, ਵੈਸੇ ਤਾਂ ਉਹਨਾਂ ਨੂੰ ਸਲੂਟ ਕਰਨਾ ਚਾਹੀਦਾ ਵੀ ਉਹਨਾਂ ਨੇ ਮਾਨਵੀ ਸਰੋਕਾਰਾਂ ਨੂੰ ਧਿਆਨ 'ਚ ਰੱਖਿਆ। ਉਹਨਾਂ ਨੇ ਜਦੋਂ ਆਪਣਾ ਬ੍ਰੇਨ ਅਪਲਾਈ ਕੀਤਾ ਹੋਊਗਾ ਵੀ ਕਿੱਥੇ ਜਾ ਕੇ ਲੋਕ ਜਿਹੜਾ ਵਾ ਘੱਟੋ ਘੱਟ ਜਿਹੜੀ ਦੁਰਵਰਤੋਂ ਹੋ ਰਹੀ ਹੈ, ਜਿਹੜਾ ਇਸਤੇਮਾਲ ਹੋ ਰਿਹਾ, ਉਹ ਕਿਉਂ ਹੋ ਰਿਹਾ, ਉਹ ਸਟੇਟਸ। ਤੁਸੀਂ ਉਹ ਨਾ ਵਿਆਹ ਤੇ ਜਾਣਾ, ਨਾ ਕਿਸੇ ਸਮਾਗਮ ਤੇ ਜਾਣਾ, ਨਾ ਕਿਸੇ ਪਾਰਟੀ ਤੇ ਜਾਣਾ, ਤੇ ਬੰਦੇ ਨੇ ਹੋਰ ਗਨਮੈਨ ਕਾਹਦੇ ਲਈ ਰੱਖਣੇ? ਉਹਨਾਂ 'ਚ ਤੇ ਵੱਖਰੇ ਦਿਸਣਾ ਹੁੰਦਾ, ਉਹਨਾਂ 'ਚ ਤੇ ਟੌਰ ਬਣਦਾ, ਉਹਨਾਂ 'ਚ ਤੇ ਰਿਸ਼ਤੇਦਾਰ ਆਣ ਕੇ ਜੱਫੀ ਪਾ ਕੇ ਮਿਲਦੇ ਆ, ਬੰਦਾ VIP ਹੋ ਗਿਆ। ਅੱਛਾ ਭਾਸਕਰ ਸਾਹਿਬ, ਸਵਾਲ ਜਿਹੜਾ ਮੈਂ ਕਰਨ ਲੱਗਿਆ ਉਹ ਇਹ ਆ ਕਿ ਮੁੱਖ ਮੰਤਰੀ ਸਾਹਿਬ ਇਹਦੇ 'ਚ ਸ਼ਰਾਰਤ ਨਹੀਂ ਕਰ ਸਕਦੇ ਜੇ ਉਹ ਚਾਹਣ ਕਿ ਅਸੀਂ ਤਾਂ ਇਸ ਮਿਸਾਲੀ ਜੱਜਮੈਂਟ ਦੇ ਨਜ਼ਰੀਏ ਤੋਂ ਇੱਕ ਵਾਰੀ ਸਮੀਖਿਆ ਕਰਨ ਲੱਗਿਆ, ਆਪਣਾ ਹੋਵੇ ਬਗਾਨਾ। ਉਹ ਕਹਿੰਦੇ ਅਸੀਂ ਕਰਪਸ਼ਨ ਤਾਂ ਮੈਂ ਘਰ ਦੇ ਜੀਆਂ ਦੀ ਵੀ ਬਰਦਾਸ਼ਤ ਨਹੀਂ ਕਰਦਾ। ਫਿਰ ਤੁਸੀਂ ਆਪਣੀ ਪਾਰਟੀ ਤੋਂ ਲੈ ਕੇ ਉਹ ਪੁਰਾਣੀ ਪਾਰਟੀ, ਸਭ ਤੋਂ ਪੁਰਾਣੀ ਪਾਰਟੀ ਤੱਕ ਚਲੇ ਜਾਓ, ਕਾਂਗਰਸ ਸਭ ਤੋਂ ਪੁਰਾਣੀ ਨਾ 135-40 ਸਾਲ ਪੁਰਾਣੀ, ਉਹਦੇ ਤੱਕ ਜਾ ਕੇ ਸਾਰਿਆਂ ਦੀ ਸਮੀਖਿਆ ਕਰ ਦਿਓ, ਸਾਰਿਆਂ ਨੂੰ ਘਰੋਂ ਨਿਕਲਣਾ ਬੰਦ ਕਰ ਦਿਓ। ਕਿਆ ਪੰਜਾਬ ਦਾ ਦ੍ਰਿਸ਼ ਹੋਊਗਾ ਜੀ। ਵਿਆਹਾਂ ਸ਼ਾਦੀਆਂ 'ਚ ਲੋਕ ਕਈ ਵਾਰੀ ਲੀਡਰਾਂ ਨੂੰ ਸਾਦੇ ਟੌਰ ਬਣਾਉਣ ਲਈ ਵੀ ਸਾਡੇ ਵਿਆਹ ਤੇ ਮੰਤਰੀ 4 ਆਏ, 5 ਗਾਉਣ ਵਾਲੇ ਆਏ। ਸੋ ਇਹ ਜਿਹੜੀਆਂ ਇਹ ਗਾਉਣ ਵਾਲਿਆਂ ਕੋਲ ਵੀ ਬੜੀ ਅੱਜ ਕੱਲ੍ਹ ਸਿਕਿਉਰਿਟੀ ਜੇ, ਤੁਹਾਨੂੰ ਪਤਾ ਕਿਹਦੇ ਕੋਲ ਕਿੰਨੀ ਆ। ਇੱਕ ਦਿਨ ਮੈਂ ਇੱਕ ਵੱਡੇ ਗਾਇਕ ਨੂੰ ਦੇਖਦਾ ਪਿਆ ਸੀ, ਉਹ ਫਿਲਮਾਂ ਦੇ ਵਿੱਚ ਵੀ ਵੱਡਾ ਹੈ, ਉਹਦੇ ਨਾਲ ਕਾਲੇ ਕੱਪੜਿਆਂ ਵਾਲੇ ਕਮਾਂਡੋ। ਮੈਂ ਕਿਹਾ ਯਾਰ ਇਹ ਕੋਈ ਮੰਤਰੀ ਬਣ ਗਿਆ। ਹੁਣ ਸਮਝ ਨਹੀਂ ਆਉਂਦੀ ਮੁੱਖ ਮੰਤਰੀ ਸਾਹਿਬ ਕਿਤੇ ਆਪਣੇ ਪੁਰਾਣੀ ਭਾਈਚਾਰੇ ਨਾਲ ਰਿਆਇਤ ਤਾਂ ਨਹੀਂ ਕਰ ਰਹੇ ਵੀ ਉਹਨਾਂ ਨੂੰ ਜ਼ਿਆਦਾ ਗਨਮੈਨ ਦੇਈ ਜਾਂਦੇ ਆ? ਭਾਸਕਰ ਸਾਹਿਬ ਟਿੱਪਣੀ। ਜਿੱਥੇ ਤੱਕ ਵਿਆਹਾਂ ਦੀ ਗੱਲ ਹੈਗੀ ਆ, ਹੋਰ ਜਿਹੜੇ ਪ੍ਰਾਈਵੇਟ, ਹੁਣ ਤੁਸੀਂ ਉਸ ਆਰਡਰ ਦੀ ਗੱਲ ਕੀਤੀ ਹਾਈ ਕੋਰਟ ਦੇ ਬਾਅਦ, ਉਹਦੇ ਬਾਅਦ ਸੀਨ ਕੀ ਹੋਏਗਾ? ਹਜੇ ਤੱਕ ਕਈ ਲੋਕਾਂ ਨੂੰ ਆਪਣੀ ਸ਼ਾਦੀ ਵਿਆਹ ਦੇ ਵਿੱਚ ਲੋਕੀ ਇਸ ਕਰਕੇ ਬੁਲਾਉਂਦੇ ਨੇ ਕਿ ਇਹ ਵਿਅਕਤੀ ਆਏਗਾ, ਇਹਦੇ ਨਾਲ ਕਾਲੇ ਕੱਪੜੇ ਵਾਲੇ ਆਣਗੇ, ਸਾਡੀ ਸ਼ਾਦੀ ਦੇ ਵਿੱਚ ਸਾਡੀ ਟੌਰ ਬਣੇਗੀ ਕਿ ਵੱਡੇ ਵੱਡੇ ਬੰਦਿਆਂ ਨਾਲ ਸਾਡੇ ਪ੍ਰਾਹੁਣੇ ਕਹਿਣਗੇ ਕਿ ਵੀ ਕਮਾਲ ਹੈ, ਵੱਡੀ ਚਲਦੀ ਬਹੁਤ ਆ ਸਾਡੇ ਸਹੁਰੇ ਦੀ। ਪਰ ਹੁਣ ਔਰ 90% ਕਈ ਵਾਰ ਗਰੀਬ ਆਦਮੀ ਇਦਾਂ ਦੇ VIP ਨੂੰ ਇਸ ਕਰਕੇ ਵੀ ਨਹੀਂ ਬੁਲਾਉਂਦਾ ਕਿ ਜਦ ਇਹ ਆਉਂਦੇ ਨੇ ਤੇ ਇਹਨਾਂ ਦੇ ਨਾਲ 8 10 15 ਗਨਮੈਨ ਹੁੰਦੇ ਨੇ। ਉਹ ਕਹਿੰਦੇ ਨੇ ਇੱਕ ਬੰਦੇ ਨੂੰ ਬੁਲਾਉਣ ਦਾ ਮਤਲਬ ਹੈ 16 ਬੰਦਿਆਂ ਦੀ ਰੋਟੀ ਦੀ ਪਲੇਟ ਦਾ ਖਰਚਾ ਦੇਣਾ। ਪਰ ਇਹ ਇੱਕ ਚੰਗੀ ਗੱਲ ਹੈਗੀ ਹੈ ਕਿ ਜ਼ਿਆਦਾਤਰ VIPs ਨੇ 5 7 8 10 ਸ਼ਾਦੀਆਂ ਦੇ ਵਿੱਚ ਜਾਣਾ ਹੁੰਦਾ ਤੇ ਇੱਕ ਨੂੰ ਕੋਈ ਬੋਝ ਪੈਂਦਾ ਔਰ 11 12 ਬਚ ਜਾਂਦੇ ਹੁੰਦੇ ਨੇ। ਪਰ ਇਹ ਜਿਹੜਾ ਆਰਡਰ ਨੇ ਇਹਨੂੰ ਹੋਰ ਡੂੰਘਾਈ ਦੇ ਵਿੱਚ ਦੇਖਣ ਦੀ ਲੋੜ ਹੈਗੀ ਹੈ। ਇਹ ਨਹੀਂ ਹੋਣਾ ਚਾਹੀਦਾ। ਇਹ ਗੱਲ ਤੇ ਸਾਰੇ ਚਾਹੁੰਦੇ ਨੇ ਕਿ ਇਹ ਸੰਭਵ ਹੋ ਸਕੇਗਾ? MLA ਤੁਹਾਡਾ ਬਿਨਾਂ ਗਨਮੈਨਾਂ ਤੋਂ ਘੁੰਮਦਾ ਹੋਏ ਇਹ ਸੰਭਵ ਹੋ ਸਕੇਗਾ? ਮੰਤਰੀ ਜਾਂ ਮੁੱਖ ਮੰਤਰੀ ਦੀ ਪਰਿਵਾਰ ਨੂੰ ਜਿਹੜੀ ਸਿਕਿਉਰਿਟੀ ਦੇਣ ਦੀ ਗੱਲਾਂ ਚੱਲੀ ਹੈ ਉਹ ਹੁਣ ਖਤਮ ਹੋ ਜਾਣਗੀਆਂ। ਪਰ ਚਲੋ ਆਰਡਰ ਚੰਗਾ ਹੈ, ਆਰਡਰ ਦੀ ਸਪਿਰਿਟ ਚੰਗੀ ਹੈ। ਔਰ ਇਸ ਆਰਡਰ ਦੇ ਰਾਹੀਂ ਹੁਣ ਜਿਹੜੇ ਜਲੰਧਰ ਵਾਲਿਆਂ ਨੇ ਅਪਲਾਈ ਕੀਤਾ ਸੀਗਾ ਸਿਕਿਉਰਿਟੀ ਵਾਸਤੇ, ਲੱਗਦਾ ਨਹੀਂ ਕਿ ਹੁਣ ਉਹ ਕਹਿਣਗੇ ਕਿ ਸਾਨੂੰ ਸਿਕਿਉਰਿਟੀ ਦਿਓ, ਕਿਉਂਕਿ ਆਹ ਤੇ ਹੁਣ ਘਰ ਰੱਖਣਾ ਪਏਗਾ ਔਰ ਘਰ ਦੇ ਅੰਦਰ ਬਾਹਰ ਉਹ ਸਿਕਿਉਰਿਟੀ ਘੁੰਮੇਗੀ, ਉਹਨੂੰ ਦਾਲ ਫੁਲਕਾ ਵੀ ਖਵਾਉਣਾ ਪਏਗਾ। ਇਹ ਤੇ ਪੰਗਾ ਪੈ ਜਾਣਾ। ਹੁਣ ਇਹ ਜਿਹੜਾ ਸਿਸਟਮ ਹੈਗਾ ਇਹਨੂੰ ਸਾਰਿਆਂ ਵਾਸਤੇ ਇੰਪਲੀਮੈਂਟ ਕਰਨ ਦੀ ਲੋੜ ਹੈ। ਜੇ ਭਗਵੰਤ ਮਾਨ ਉਹਨਾਂ ਕੁਝ ਚੰਗਾ ਕਰਨਾ ਚਾਹੁੰਦੇ ਨੇ ਪੰਜਾਬ ਵਾਸਤੇ ਔਰ ਪੰਜਾਬ ਪੁਲਿਸ ਨੂੰ ਕੋਈ ਕੰਮ ਦੇਣਾ ਚਾਹੁੰਦੇ ਨੇ, ਜਿਨ੍ਹਾਂ ਕੰਮ ਵਾਸਤੇ ਪੰਜਾਬ ਪੁਲਿਸ ਬਣਾਈ ਹੈ। ਪਿਛਲੇ ਦਿਨਾਂ ਦੇ ਵਿੱਚ ਗੱਲ ਚੱਲੀ ਸੀ ਕਿ ਇਹ ਜਿਹੜੀ ਸਿਕਿਉਰਿਟੀ ਵਾਲਾ ਸਿਸਟਮ ਹੈ ਉਹਨੂੰ ਇੱਕ ਵੱਖਰਾ ਕੈਡਰ ਬਣਾ ਕੇ ਆਪਾਂ ਚਲਾਵਾਂਗੇ, ਕਮਾਂਡੋ ਰੱਖਾਂਗੇ, ਜਵਾਨ ਮੁੰਡੇ ਰੱਖਾਂਗੇ, ਉਹਨਾਂ ਨੂੰ VIP ਦੀ ਸਿਕਿਉਰਿਟੀ ਦੇ ਵਿੱਚ ਹੀ ਲਾਵਾਂਗੇ। ਫਿਰ ਇੱਕ ਗੱਲ ਇਹ ਵੀ ਚੱਲੀ ਸੀ ਕਿ ਜਿਹੜੀ ਸਿਕਿਉਰਿਟੀ ਦਿੱਤੀ ਜਾਂਦੀ ਹੈ ਉਹਦੇ ਪੈਸੇ ਉਸ ਵਿਅਕਤੀ ਤੋਂ ਲਿੱਤੇ ਜਾਣਗੇ। ਪਰ ਇਹ ਗੱਲਾਂ ਹੀ ਤੁਰੀਆਂ, ਕਦੀ ਵੀ ਕੋਈ ਫਾਈਨਲ ਡਿਸੀਜਨ ਨਹੀਂ ਹੋਇਆ। ਹੁਣ ਜਸਟਿਸ ਅਨੂਪ ਚਿਤਕਾਰਾ ਉਹਨਾਂ ਦੇ ਇਸ ਆਰਡਰ ਤੋਂ ਬਾਅਦ ਕੀ ਇਸ ਪਾਸੇ ਗੱਲ ਤੁਰਨੀ ਚਾਹੀਦੀ? ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਸੀ ਤਾਂ ਇੰਦਰਪ੍ਰੀਤ ਜੀ ਸਾਨੂੰ ਕਹਿੰਦੇ ਬਈ ਹੈ ਤਾਂ ਹਾਸੇ ਮਜ਼ਾਕ ਵਰਗੀ ਗੱਲ, ਪਰ ਹੁਣ ਪੰਜਾਬ ਪੁਲਿਸ ਕੋ ਕੰਮ ਕੀ ਰਹੂਗਾ ਜੇ ਲੋਕਾਂ ਗਨਮੈਨ ਲੈਣੇ ਛੱਡ ਤੇ। ਇੰਦਰਪ੍ਰੀਤ ਜੀ ਹੁਣ ਮੈਂ ਦੁਬਾਰਾ ਕਹੂੰਗਾ, ਗੱਲ ਤੇ ਰਿਪੀਟ ਹੋਊਗੀ, ਤੁਸੀਂ ਦੱਸ ਦਿਓ ਵੀ ਮੁੱਖ ਮੰਤਰੀ ਸਾਹਿਬ ਡਰੋਨਾਂ ਵਾਲੀ ਵੀ ਗੱਲ ਕਰ ਰਹੇ ਆ। ਇੱਧਰ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਦੇ MP ਗੁਰਜੀਤ ਸਿੰਘ ਔਜਲਾ ਦਾ ਬੜਾ ਵੱਡਾ ਰੋਲ ਆ, ਉਹ ਅਮਿਤ ਸ਼ਾਹ ਨੂੰ ਮਿਲਦੇ ਰਹੇ ਆ ਵੀ ਨਸ਼ਿਆਂ ਦੇ ਖਿਲਾਫ ਇੱਥੇ ਵੀ NCP ਦਾ ਦਫ਼ਤਰ ਖੋਲੋ, ਕੱਲ ਖੁੱਲ ਗਿਆ ਉਹ ਵੀ। ਸੋ ਇਹ ਸਾਰੀਆਂ ਗੱਲਾਂ ਵੀ ਹੁਣ ਬਹੁਤੇ ਕੰਮ ਤਾਂ ਪੰਜਾਬ ਪੁਲਿਸ ਦੇ ਜਿਹੜੇ ਕਰਨ ਵਾਲੇ ਸੀ ਉਹ ਕੁਝ ED ਨੇ ਸਾਂਭ ਲਏ, ਕੁਝ NIA ਨੇ ਸਾਂਭ ਲਏ ਤੇ ਕੁਝ ਹੁਣ NCP ਸਾਂਭ ਲਓ, ਤੇ ਆਪਣੇ ਵਾਲਿਆਂ ਨੇ ਕੀ ਕਰਨਾ? ਇਹਦੇ ਉੱਤੇ ਤੁਹਾਡਾ ਵਾਹਵਾ ਤਜਰਬਾ ਦੱਸੋ ਜਰਾ।
ਰੰਧਾਵਾ ਸਾਹਿਬ, ਮੈਂ ਅਸਲ 'ਚ ਇਸੇ ਸੰਦਰਭ ਦੇ ਵਿੱਚ ਗੱਲ ਕਰ ਰਿਹਾ ਸੀ, ਜਦੋਂ ਅਸੀਂ ਸੈਂਟਰ ਤੇ ਸਟੇਟ ਰਿਲੇਸ਼ਨਸ਼ਿਪ ਦੀ ਗੱਲ ਕਰਦੇ ਹਾਂ ਤੇ ਫੈਡਰਲ ਢਾਂਚੇ ਦੀ ਵੀ ਗੱਲ ਕਰਦੇ ਹਾਂ ਕਿ ਯਾਰ ਜਿਹੜੇ ਅਧਿਕਾਰ ਨੇ ਜ਼ਿਆਦਾ ਤੋਂ ਜ਼ਿਆਦਾ ਸਟੇਟਾਂ ਕੋਲੇ ਹੋਣੇ ਚਾਹੀਦੇ ਨੇ। ਮੈਂ ਉਸ ਸੰਦਰਭ 'ਚ ਗੱਲ ਕਰ ਰਿਹਾ ਸੀਗਾ ਕਿ ਵੀ ਜੇ ਅਸੀਂ ਇਸ ਵਰਤਾਰੇ ਨੂੰ ਦੇਖੀਏ ਜਿਹੜਾ ਚੱਲ ਰਿਹਾ, ਉਹਦੇ ਵਿੱਚ ਤਾਂ ਕੇਂਦਰੀਕਰਨ ਹੋ ਜਾਂਦਾ, ਵਿਕੇਂਦਰੀਕਰਨ ਦੀ ਬਜਾਏ ਕੇਂਦਰੀਕਰਨ ਹੋ ਜਾਂਦਾ ਸਾਰੀਆਂ ਸ਼ਕਤੀਆਂ ਦਾ। ਲਾਅ ਐਂਡ ਆਰਡਰ ਜਿਹੜਾ ਹੈਗਾ ਉਹ ਸਟੇਟ ਸਬਜੈਕਟ ਹੈ, ਸਟੇਟ ਦੀ ਮਰਜ਼ੀ ਹੈ, ਉਹ ਜਿਸ ਤਰ੍ਹਾਂ ਉਹਨੂੰ ਹੈਂਡਲ ਕਰਨਾ ਚਾਹੇ ਕਰੇ, ਠੀਕ ਹੈ। ਕਿਉਂਕਿ ਅਸੀਂ ਬਾਰਡਰ ਸਟੇਟ ਤੇ ਆ ਤੇ ਕਈ ਵਾਰੀ ਸਾਨੂੰ ਸੈਂਟਰ ਦੀ ਮਦਦ ਵੀ ਲੈਣੀ ਪੈਂਦੀ ਹੈ ਜਦੋਂ ਕ੍ਰਾਸ ਕੰਟਰੀ ਚੱਲਦੀਆਂ ਨੇ ਇਹ ਚੀਜ਼ਾਂ। ਪਰ ਜਿਹੜਾ ਤੁਸੀਂ ਹੁਣ ਦੇਖੋ ਨਸ਼ੇ ਆ ਰਹੇ ਹੈ, ਉਹਦੇ ਲਈ ਤੁਸੀਂ ਐਨਸੀਬੀ ਬਣਾਤਾ ਵੀ ਐਨਸੀਬੀ ਹੀ ਸਾਰੇ ਡਰੱਗਸ ਦਾ ਕੰਮ ਜਿਹੜਾ ਹੈਗਾ ਸਾਰੇ ਉਹ ਹੀ ਕਰੇਗੀ। ਔਰ ਪੰਜਾਬ ਦੇ ਵਿੱਚ ਜਿਹੜੀ ਮੈਕਸਿਮਮ ਫੋਰਸ ਹੈ ਉਹ ਇਸੇ ਬਹਾਨੇ ਕਰਕੇ ਬਣਾਈ ਗਈ ਸੀ ਕਿਉਂਕਿ ਸੈਂਟਰ ਜਿਹੜੀ ਸੀਮਾਵਰਤੀ ਏਰੀਆ ਹੈ ਇਸ 'ਚ ਬਹੁਤ ਜ਼ਿਆਦਾ ਡਰੱਗਸ ਬਾਹਰੋਂ ਆਉਂਦੀ ਹੈ ਤੇ ਉਹਦੇ ਨਾਲ ਲੜਨ ਵਾਸਤੇ ਸਾਨੂੰ ਜ਼ਿਆਦਾ ਜਵਾਨਾਂ ਦੀ ਲੋੜ ਹੈ ਤੇ ਅਸੀਂ ਉਹ ਲੋਕਾਂ ਨੂੰ ਜਿਹੜੇ ਉਹ ਤਸਕਰ ਨੇ ਉਹਨਾਂ ਨਾਲ ਮਤਲਬ ਉਹਨਾਂ ਨਾਲ ਜੂਝਣਾ ਹੈ, ਇਸ ਕਰਕੇ ਸਾਨੂੰ ਰੱਖਣੇ ਪੈਣੇ, ਇਹ ਰੱਖ ਲਏ। ਪਰ ਹੁਣ ਤੁਸੀਂ ਐਨਸੀਬੀ ਦਾ ਵੀ ਦਫ਼ਤਰ ਇੱਥੇ ਖੁਲਾ ਲਿਆ, ਨਾਰਕੋਟਿਕਸ ਦਾ ਆਲਰੇਡੀ ਇੱਥੇ ਇੱਕ ਦਫ਼ਤਰ ਚੰਡੀਗੜ੍ਹ ਦੇ ਵਿੱਚ ਵੀ ਬਣਿਆ ਹੋਇਆ, ਉਹ ਵੀ ਪੰਜਾਬ ਨੂੰ ਹੀ ਹੈਂਡਲ ਕਰਦਾ। ਸੋ ਇੱਕ ਤਾਂ ਇਹ ਜਿਹੜਾ ਸਾਰਾ ਕੰਮ ਜਿਹੜਾ ਸੀਗਾ ਉਹ ਉਹਨਾਂ ਕੋਲੇ ਚਲਾ ਗਿਆ। ਦੂਸਰਾ ਸੀਗਾ ਵੱਡੇ ਕ੍ਰਾਈਮ, ਉਦੋਂ ਵੀ ਅਸੀਂ ਇਹੀ ਕਹਿੰਦੇ ਆ ਵੀ ਜਿਹੜਾ ਪਾਕਿਸਤਾਨ ਹੈਗਾ ਜਾਂ ਇਧਰੋਂ ਸ਼ਰਾਰਤਾਂ ਹੁੰਦੀਆਂ ਨੇ ਉਹਦੇ ਲਈ ਜਿਹੜਾ ਸਾਨੂੰ ਬਹੁਤ ਲੜਨ ਦੀ ਲੋੜ ਹੈਗੀ, ਸਾਡੀ ਫੋਰਸ ਨੂੰ ਪੂਰਾ ਸਕਿਲਡ ਕੀਤਾ ਜਾਏ। ਤਾਂ NIA ਆ ਗਈ ਉਹਦੇ ਵਿੱਚ। ਹੁਣ ਉਹ ਸਾਰੇ ਜਿੰਨੇ ਵੀ ਕੋਈ ਹਮਲੇ ਹੁੰਦੇ ਆ ਜਾਂ ਬੰਬ ਧਮਾਕੇ ਹੁੰਦੇ ਆ ਜਾਂ ਕੁਝ ਵੀ ਹੁੰਦਾ ਉਹ ਸਾਰੀਆਂ ਜਿਹੜੀਆਂ ਇਨਵੈਸਟੀਗੇਸ਼ਨਾਂ ਨੇ ਉਹ NIA ਕਰਦੀ ਹੈ। ਤਾਂ ਇਹ ਵੀ ਸਾਡੇ ਹੱਥੋਂ ਵੱਡੇ ਕ੍ਰਾਈਮ ਵੀ ਚਲੇ ਗਏ। ਫਿਰ ਹੈਗੇ ਜਿਹੜੇ ਵੱਡੇ ਆਰਥਿਕ ਅਪਰਾਧ ਨੇ ਉਹਦੇ ਵਿੱਚ ED ਪਾ ਲਿਆ। ਈਵਨ GST ਦੇ ਵਿੱਚ ਵੀ ਤੁਸੀਂ ED ਨੂੰ ਉਹਦੇ ਅੰਡਰ ਕਰ ਲਿਆ ਵੀ ਜੇ ਕੋਈ ਵੱਡਾ ਘੁਟਾਲਾ ਹੋਊਗਾ GST ਦਾ 35 ਲੱਖ ਤੋਂ ਉੱਪਰ ਵਾਲਾ ਤਾਂ ਉਹ GST ਹੈਂਡਲ ED ਹੈਂਡਲ ਕਰੇਗੀ, ਯਾਨੀ ਕਿ ਉਹ ਵੀ ਸਾਡੇ ਤੋਂ ਨਿਕਲ ਗਏ। ਤਾਂ ਮੇਰਾ ਸਵਾਲ ਸਿਰਫ ਇੰਨਾ ਕੀ ਸੀ ਵੀ ਫਿਰ ਪੰਜਾਬ ਪੁਲਿਸ ਕਾਹਦੇ ਵਾਸਤੇ ਹੈ? ਸਿਰਫ ਚੋਰੋ ਚੱਕਿਆਂ ਨੂੰ ਪਕੜਨ ਵਾਸਤੇ ਹੈ ਜਾਂ ਜਿਹੜੇ ਇਹ ਬੇਰੁਜ਼ਗਾਰਾਂ ਤੇ ਡੰਡਾ ਫੇਰਨਗੇ ਬਸ ਇਹ ਕੰਮਾਂ ਤੇ ਹੀ ਰਹਿ ਜਾਏਗੀ? ਤਾਂ ਜੇ ਇਹਨਾਂ ਦੋ ਕੰਮਾਂ ਤੇ ਹੀ ਰਹਿ ਜਾਣੀ ਹੈ ਤਾਂ ਫਿਰ ਇਹਦੀ ਅਸੀਂ 84,000 ਦੀ ਫੋਰਸ ਬਣਾਈ ਕਿਉਂ ਹੋਈ ਹੈ? ਇਹਦੀ ਮਨਫੀ ਵੀ ਘਟਾ ਦਿਓ, ਘੱਟੋ ਘੱਟ ਲੋਕਾਂ ਤੇ ਤਾਂ ਭਾਰ ਨਾ ਪਾਓ। ਜਦੋਂ ਆਪਾਂ ਕੰਮ ਹੀ ਜਿਵੇਂ ਕਹਿੰਦਾ ਆਊਟਸੋਰਸ ਕਰਤਾ ਹੈ ਸਾਰਾ ਕੰਮ, ਵੀ NCB ਨੂੰ ਦੇਤਾ ਕੁਝ ਕੰਮ, ਅਸੀਂ NIA ਨੂੰ ਦੇਤਾ ਕੁਝ, ED ਨੂੰ ਦੇਤਾ, ਤਾਂ ਫਿਰ ਜੇ ਆਊਟਸੋਰਸ ਕਰਨਾ ਹੈ ਤਾਂ ਫਿਰ ਘੱਟੋ ਘੱਟ ਆਪਣਾ ਤਾਂ ਭਾਰ ਘਟਾ ਲਓ, ਕੁਝ ਤਾਂ ਲੋਕਾਂ ਤੇ ਭਾਰ ਘਟੇ। ਪਰ ਮੈਂ ਫਿਰ ਮੂਲ ਸਵਾਲ ਰੰਧਾਵਾ ਸਾਹਿਬ ਇਹੀ ਹੈ, ਚਾਹੇ ਇਹ ਹਾਸੇ ਠੱਠੇ ਦੇ ਵਿੱਚ ਚੀਜ਼ਾਂ ਹੋਣ, ਪਰ ਅਸਲੀ ਸੰਦਰਭ ਤੁਸੀਂ ਦੇਖੋ ਵੀ ਇਹਨਾਂ ਚੀਜ਼ਾਂ ਨੂੰ ਕਰ ਕਰਕੇ ਕਿਸ ਤਰ੍ਹਾਂ ਸੈਂਟਰ ਗਵਰਨਮੈਂਟ ਜਿਹੜੀ ਹੈਗੀ ਹੈ ਸਾਡੇ ਅਧਿਕਾਰਾਂ ਨੂੰ ਜਿਹੜਾ ਹੈਗਾ ਆਪਣੇ ਕਬਜ਼ੇ 'ਚ ਲਈ ਜਾ ਰਹੀ ਹੈ। ਤੁਸੀਂ ਦੇਖੋ ਜਦੋਂ ਵੀ ਕਿਸੇ ਸਟੇਟ ਦੀ ਆਰਥਿਕਤਾ ਕਮਜ਼ੋਰ ਹੁੰਦੀ ਹੈ ਤਾਂ ਉਹਦੀ ਬਾਂਹ ਮਰੋੜਨੀ ਉਨੀ ਹੀ ਸੁਖਾਲੀ ਹੋ ਜਾਂਦੀ ਹੈ। ਔਰ ਇਹ ਕੰਮ ਸੈਂਟਰ ਗਵਰਨਮੈਂਟ ਨੇ ਕਰ ਲਿਆ। ਤਾਂ ਮੈਨੂੰ ਲੱਗਦਾ ਵੀ ਇਸ ਤੇ ਬਹੁਤ ਸਟੈਂਡ ਲੈਣ ਦੀ ਲੋੜ ਸੀ, ਪਰ ਮੈਨੂੰ ਦਿਖ ਨਹੀਂ ਰਿਹਾ ਕਿ ਕੋਈ ਪਾਰਟੀ ਜਿਹੜੀ ਪੋਲੀਟੀਕਲ ਪਾਰਟੀ ਹੈ ਕੋਈ ਇਸ ਤੇ ਸਟੈਂਡ ਲੈ ਰਹੀ ਹੋਵੇ। ਅਜੇ ਤਾਂ CBI ਨੂੰ ਕੈਪਟਨ ਅਮਰਿੰਦਰ ਸਿੰਘ ਨੇ 2017-18 ਦੇ ਵਿੱਚ ਨਾ ਕਰਤੀ ਸੀਗੀ, ਔਰ ਮੇਰਾ ਖਿਆਲ ਆ ਕਿ ਉਹ ਐਕਟ ਵਿੱਚ ਵੀ CBI ਵਾਲੇ ਐਕਟ ਵਿੱਚ ਵੀ ਸੋਧ ਕੀਤੀ ਜਾ ਰਹੀ ਹੈ। ਸ਼ਾਇਦ ਹੁਣ ਸਰਕਾਰਾਂ ਜਿਹੜੀਆਂ ਸਟੇਟ ਗਵਰਨਮੈਂਟਸ ਨੇ ਬਹੁਤਾ ਨਾ ਨਹੀਂ ਕਰ ਸਕਣਗੀਆਂ, ਤੇ ਜੇ CBI ਦਾ ਦਖਲ ਡਾਇਰੈਕਟਲੀ ਹੋ ਜਾਂਦਾ ਹੈ ਤਾਂ ਮੈਨੂੰ ਲੱਗਦਾ ਵਿਜੀਲੈਂਸ ਨਾਲੋਂ ਜ਼ਿਆਦਾ ਕੇਸ CBI ਕੋਲ ਨਾ ਚਲੇ ਜਾਣ, ਇਹ ਵੀ ਅਜੇ ਗੁੰਜਾਇਸ਼ ਬਾਕੀ ਹੈ। ਤੁਸੀਂ ਇੰਦਰਪ੍ਰੀਤ ਜੀ ਜਿਹੜਾ ਇਹ ਮਾਮਲਾ ਫੈਡਰਲ ਸਟਰਕਚਰ ਦੀ ਗੱਲ ਕਰ ਰਹੇ ਹੋ, ਸੰਘਾਤਮਕ ਢਾਂਚੇ ਦੀ, ਉਹਦੇ ਵਿੱਚ ਕੱਲ ਮਾਮਲਾ ਫਿਰ ਸੁਪਰੀਮ ਕੋਰਟ 'ਚ ਆਉਂਦਾ ਹੈ। ਉਹ ਦਿੱਲੀ ਦੇ ਵਿੱਚ ਆਰਡੀਨੈਂਸ ਜਿਹੜਾ ਲਿਆਂਦਾ ਗਿਆ ਦਿੱਲੀ ਸਰਕਾਰ ਦੇ ਨਜ਼ਰੀਏ ਤੋਂ, ਕੇਂਦਰੀ ਕੈਬਨਿਟ ਨੇ ਉਹਦੀ ਸੁਣਵਾਈ ਸੀਗੀ ਔਰ ਉੱਥੇ ਹਲਫਨਾਮਾ ਦਾਇਰ ਕਰਦਾ ਕੇਂਦਰ। ਉਹ ਹਲਫਨਾਮਾ ਬੜਾ ਦਿਲਚਸਪ ਹੈ। ਭਾਸਕਰ ਸਾਹਿਬ, ਪਹਿਲਾਂ ਤਾਂ ਉਹ ਕੇਂਦਰ ਕਹਿ ਕੀ ਰਿਹਾ ਵੀ ਅਸੀਂ ਆਰਡੀਨੈਂਸ ਲਿਆਂਦਾ ਕਿਉਂ? ਜਿੱਥੇ ਤੱਕ ਆਰਡੀਨੈਂਸ ਦੀ ਗੱਲ ਹੈਗੀ ਹੈ, ਤੁਹਾਨੂੰ ਪਤਾ ਹੈ ਕਿ ਭਾਰਤ ਦੇ ਵਿੱਚ ਪੂਰੇ ਯਾਨੀ ਕੇਜਰੀਵਾਲ ਉਹਨਾਂ ਕਈ ਸੂਬਿਆਂ ਦੇ ਵਿੱਚ ਗਏ, ਆਰਡੀਨੈਂਸ ਦੇ ਵਿਰੋਧ ਦੇ ਵਿੱਚ ਉਹਨਾਂ ਨੇ ਸਮਰਥਨ ਮੰਗਿਆ ਤੇ ਫਾਈਨਲੀ ਪਰਸੋਂ ਕਾਂਗਰਸ ਨੇ ਉਹ ਸਮਰਥਨ ਦੇ ਕੇ ਜੁਲਾਈ 17 ਤੇ 18 ਯਾਨੀ ਅੱਜ ਜਿਹੜੀ ਮੀਟਿੰਗ ਹੈ ਉਹ ਸੰਭਵ ਹੋ ਪਾ ਰਹੀ ਹੈ। ਆਰਡੀਨੈਂਸ ਦੇ ਮੁੱਦੇ ਦੇ ਉੱਤੇ ਸੁਣਵਾਈ ਸੁਪਰੀਮ ਕੋਰਟ ਦੇ ਵਿੱਚ ਹੀ ਜੁਲਾਈ 10 ਨੂੰ ਸੁਪਰੀਮ ਕੋਰਟ ਨੇ ਆਰਡੀਨੈਂਸ ਦੇ ਉੱਤੇ ਸਟੇ ਲਾਉਣ ਤੋਂ ਮਨਾ ਕਰਤਾ ਸੀਗਾ। ਜੁਲਾਈ 17 ਨੂੰ ਇਸ ਮੁੱਦੇ ਦੇ ਉੱਤੇ ਸੁਣਵਾਈ ਕੱਲ ਜਿੱਦਾਂ ਹੋਈ ਹੈ, ਹੁਣ ਜੁਲਾਈ 20 ਡੇਟ ਇਸ ਕਰਕੇ ਰੱਖ ਦਿੱਤੀ ਗਈ ਹੈ ਕਿ ਜੁਲਾਈ 20 ਨੂੰ ਇਹ ਡਿਸਾਈਡ ਹੋਏਗਾ ਕਿ ਇਹ ਸਾਰਾ ਮਾਮਲਾ ਕਨਸਟੀਟਿਊਸ਼ਨਲ ਬੈਂਚ ਨੂੰ ਰੈਫਰ ਕੀਤਾ ਜਾਏ ਜਾਂ ਨਹੀਂ। ਇਸ ਸਾਰੇ ਪ੍ਰਕਰਣ ਦੇ ਵਿੱਚ ਕੇਂਦਰ ਸਰਕਾਰ ਨੇ ਇੱਕ ਹਲਫਨਾਮਾ ਦਾਖਲ ਕੀਤਾ। ਉਹਨਾਂ ਨੇ ਦੱਸਿਆ ਹੈ ਕਿ ਇਹ ਕਿਉਂ ਜ਼ਰੂਰੀ ਸੀਗਾ ਆਰਡੀਨੈਂਸ ਲਾਣਾ।
ਔਰ ਉਸ ਆਰਡੀਨੈਂਸ ਨੂੰ ਜਸਟੀਫਾਈ ਕਰਨ ਵਾਸਤੇ ਉਹਨਾਂ ਨੇ ਇਹ ਕਿਹਾ ਕਿ ਜਦੋਂ ਹੀ ਜਿਹੜਾ ਮਈ 11 ਨੂੰ ਸੁਪਰੀਮ ਕੋਰਟ ਦਾ ਆਰਡਰ ਆਉਂਦਾ ਹੈ, ਉਸ ਤੋਂ ਅਗਲੇ ਦਿਨ ਹੀ ਬਹੁਤ ਸਾਰੀ ਪੱਧਰ ਤੇ ਇੱਕ ਟ੍ਰਾਂਸਫਰ ਕੀਤੀ ਜਾਂਦੀ ਹੈ ਔਰ ਇੱਕ ਕਿਓਸ ਕ੍ਰੀਏਟ ਕੀਤਾ ਜਾਂਦਾ ਹੈ ਔਰ ਇੱਥੇ ਤੱਕ ਕਿ ਦਿੱਲੀ ਦਾ ਐਡਮਿਨਿਸਟ੍ਰੇਸ਼ਨ ਪੈਰਾਲਾਈਜ਼ ਹੋ ਜਾਂਦਾ ਹੈ। ਉਹਨਾਂ ਨੇ ਕੁਝ ਜਿਹੜੇ ਇੰਸੀਡੈਂਟ ਵੀ ਦਿੱਤੇ ਆ ਜਿਹਦੇ ਵਿੱਚ ਦਿੱਲੀ ਦੇ ਵਿਜੀਲੈਂਸ ਬਿਊਰੋ ਨੂੰ ਉਹਨਾਂ ਨੇ ਕੁਝ ਗੱਲਾਂ ਰੱਖੀਆਂ ਕਿਸ ਹਿਸਾਬ ਨਾਲ ਵਿਜੀਲੈਂਸ ਡਿਪਾਰਟਮੈਂਟ ਦੇ ਕੰਮਕਾਜ ਦੇ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਵਿਜੀਲੈਂਸ ਵਿਭਾਗ ਜਿਹੜਾ ਐਕਸਾਈਜ਼ ਘੁਟਾਲੇ ਦੀ ਇਨਵੈਸਟੀਗੇਸ਼ਨ ਕਰ ਰਿਹਾ ਸੀ, ਉਸ ਦੇ ਵਿੱਚ ਕੰਪਲੇਂਟ ਮਿਲਦੀ ਹੈ ਕਿ ਟ੍ਰੈਸਪਾਸਿੰਗ ਹੁੰਦੀ ਹੈ ਔਰ ਜ਼ਬਰਦਸਤੀ ਉਹ ਫਾਈਲਾਂ ਉਠਾ ਕੇ ਲੈ ਕੇ ਜਾਂਦੇ ਨੇ ਔਰ ਇੱਥੇ ਤੱਕ ਕਿ ਮੁੱਖ ਮੰਤਰੀ ਦੇ ਘਰ ਦੇ ਉੱਤੇ 50-52 ਕਰੋੜ ਰੁਪਏ ਜਿਹੜੇ ਲਾਏ ਗਏ ਸੀ, ਉਸ ਇਨਵੈਸਟੀਗੇਸ਼ਨ ਨੂੰ ਵੀ ਰੋਕਣ ਦੀ ਗੱਲ ਕਰਦੇ ਨੇ ਔਰ ਉਹ ਫਾਈਲਾਂ ਉਸ ਤੋਂ ਰਿਲੇਟਡ ਉਹ ਵੀ ਜ਼ਬਰਦਸਤੀ ਉੱਥੋਂ ਲੈ ਕੇ ਜਾਇਆ ਜਾਂਦਾ ਹੈ। ਹੁਣ G20 ਦਿੱਲੀ ਦੇ ਵਿੱਚ ਹੈਗਾ, ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਇਸ G20 ਦੀ ਮੀਟਿੰਗਸ ਦੇ ਵਿੱਚ ਅਗਰ ਦਿੱਲੀ ਸਰਕਾਰ ਦੇ ਵਿੱਚ ਕਿਸੇ ਵੀ ਤਰੀਕੇ ਦੀ ਐਡਮਿਨਿਸਟ੍ਰੇਟਿਵ ਕਿਓਸ ਹੁੰਦਾ ਹੈ ਤਾਂ ਉਹਦਾ ਸਿੱਧਾ ਜਿਹੜਾ ਇੰਪੈਕਟ ਹੈਗਾ ਉਹ ਇੰਟਰਨੈਸ਼ਨਲ ਇਮੇਜ ਦੇ ਉੱਤੇ ਵੀ ਪੈਂਦਾ। ਇਹਨਾਂ ਸਾਰੀ ਗੱਲਾਂ ਨੂੰ ਲੈ ਕੇ ਉਹਨਾਂ ਨੇ ਆਪਣਾ ਹਲਫਨਾਮਾ ਦਾਖਲ ਕੀਤਾ ਔਰ ਕਿਹਾ ਕਿ ਇਹਦੀ ਲੋੜ ਇਸ ਕਰਕੇ ਪਈ ਕਿ ਦਿੱਲੀ ਦੇ ਵਿੱਚ ਕਿਸੇ ਵੀ ਤਰੀਕੇ ਦਾ ਕਿਓਸ ਨਾ ਹੋਏ, ਉਸ ਕਰਕੇ ਸਾਨੂੰ ਇਹ ਆਰਡੀਨੈਂਸ ਲਿਆਉਣਾ ਜ਼ਰੂਰੀ ਸੀਗਾ। ਇੰਦਰਪ੍ਰੀਤ ਜੀ, ਇੱਕ ਤਾਂ ਕੇਂਦਰ ਪੂਰੀ ਕੋਸ਼ਿਸ਼ ਕਰ ਰਿਹਾ ਕਿ ਇਹ ਮਾਮਲਾ ਉਦੋਂ ਤੱਕ ਟਲ ਜਾਏ ਜਦੋਂ ਤੱਕ ਅਸੀਂ ਇਹਨੂੰ ਲੋਕ ਸਭਾ ਔਰ ਰਾਜ ਸਭਾ ਦੇ ਵਿੱਚੋਂ ਕਾਨੂੰਨ ਨਹੀਂ ਬਣਾ ਲੈਂਦੇ। ਸੋ ਇਹ ਕੁਦਰਤੀ ਉੱਥੇ ਜਾਣਾ ਤਾਂ ਹੈ, ਇਹਨੇ ਕਾਨੂੰਨ ਦਾ ਰੂਪ ਅਖਤਿਆਰ ਕਰਨਾ ਹੀ ਹੈ ਜੇਕਰ ਇਹ, ਲੇਕਿਨ ਜੇ ਉਸ ਤੋਂ ਪਹਿਲਾਂ ਸੰਵਿਧਾਨਕ ਬੈਂਚ ਦੇ ਹਵਾਲੇ ਹੋ ਜਾਂਦਾ ਹੈ ਤਾਂ ਜੇ ਤੁਸੀਂ ਦੱਸ ਸਕੋ ਵੀ ਕੀ ਫਿਰ ਵੀ ਇਹ ਲੋਕ ਸਭਾ ਔਰ ਰਾਜ ਸਭਾ ਚ ਪਾਸ ਕੀਤਾ ਜਾ ਸਕਦਾ ਜਾਂ ਫਿਰ ਫਾਰ ਦਾ ਟਾਈਮ ਬੀਇੰਗ ਇਹਦੇ ਤੇ ਕੋਈ ਰੋਕ ਲੱਗ ਜਾਊਗੀ ਜਦੋਂ ਤੱਕ ਸੁਪਰੀਮ ਕੋਰਟ ਕੋਈ ਆਖਰੀ ਫੈਸਲਾ ਨਹੀਂ ਦਿੰਦੀ। ਇੱਕ ਤਾਂ ਇਹ ਮਾਮਲਾ। ਦੂਜਾ ਮਾਮਲਾ, ਜਦੋਂ ਇਸੇ ਤਰ੍ਹਾਂ ਦੇ ਅਸੀਂ ਸੰਘਾਤਮਕ ਢਾਂਚੇ ਜਾਂ ਫੈਡਰਲਿਜ਼ਮ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਤੇ ਗਵਰਨਰ ਦੇ ਵਿੱਚ ਰਫੜ ਹੈ। ਤੇ ਕੱਲ ਜਿਹੜੀ ਚਿੱਠੀ ਗਵਰਨਰ ਨੇ ਲਿਖੀ ਹੈ ਉਹ ਪਹਿਲੀ ਨਜ਼ਰੇ ਇੰਜ ਲੱਗ ਰਿਹਾ ਕਿ ਉਹ ਪੰਜਾਬ ਸਰਕਾਰ ਔਰ ਖਾਸ ਤੌਰ ਤੇ ਚੁਣੀ ਹੋਈ ਵਿਧਾਨ ਮੰਡਲ ਦੀ ਉਹ 'ਚ ਦਖਲਅੰਦਾਜ਼ੀ ਹੈ, ਉਹਦੀ ਆਭਾ ਉਹਦੀ ਮਰਿਆਦਾ 'ਚ ਦਖਲਅੰਦਾਜ਼ੀ ਹੈ। ਤੇ ਉਧਰਲੇ ਬੰਨੇ ਆਪਾਂ ਚੰਡੀਗੜ੍ਹ ਦਾ ਮਾਮਲਾ ਦੇਖ ਰਹੇ ਹਾਂ ਕਿ ਉਹਨੂੰ ਜ਼ਮੀਨ ਹਰਿਆਣੇ ਨੂੰ ਦੇਣ ਲਈ ਉੱਥੇ ਕਵਾਇਦ ਮਸ਼ਕਾਂ ਚੱਲ ਰਹੀਆਂ। ਇਹ ਦੋ ਤਿੰਨ ਚੀਜ਼ਾਂ ਨੂੰ ਇਕੱਠੀਆਂ ਕਰ ਲਓ। ਹਾਂ ਰੰਧਾਵਾ ਸਾਹਿਬ, ਦੇਖੋ ਜਿਹੜੀ ਤਾਂ ਤੁਸੀਂ ਪਹਿਲੀ ਗੱਲ ਕੀਤੀ ਹੈਗੀ ਹੈ ਦਿੱਲੀ ਦੇ ਆਰਡੀਨੈਂਸ ਵਾਲੀ, ਉਹ ਤਾਂ ਜੇ ਸੁਪਰੀਮ ਕੋਰਟ ਅਗਰ ਉਹਨੂੰ ਸੰਵਿਧਾਨਿਕ ਬੈਂਚ ਨੂੰ ਸੌਂਪਣ ਜਾ ਰਹੀ ਹੈ ਫਿਰ ਤਾਂ ਮੈਨੂੰ ਲੱਗਦਾ ਕਿ ਇਹ ਪਹਿਲਾਂ ਰੋਕ ਲਗਾਉਣੀ ਪਊਗੀ, ਸਟੇ ਦੇਣੀ ਪਏਗੀ ਇਸ ਇਸ਼ੂ ਦੇ ਉੱਤੇ ਵੀ ਉਹ ਜਿਹਨੂੰ ਕਹਿੰਦਾ ਸਟੇਟਸ ਕੋ ਕਰਨਾ ਪਏਗਾ। ਅਦਰਵਾਈਜ਼ ਇਹ ਹੋਏਗਾ ਨਹੀਂ ਤਾਂ ਜਿਹੜਾ 6 ਮਹੀਨੇ ਬਾਅਦ ਆਰਡੀਨੈਂਸ ਆਪਣੇ ਆਪ ਹੀ ਫੇਲ ਹੋ ਜਾਂਦਾ। ਜੇ ਅਗਰ ਉਹ ਬਿੱਲ ਦੇ ਰੂਪ ਚ ਨਹੀਂ ਲੋਕ ਸਭਾ ਜਾਂ ਰਾਜ ਸਭਾ ਚ ਜਾ ਰਿਹਾ ਜਾਂ ਵਿਧਾਨ ਸਭਾ ਚ ਜਾਂਦਾ ਤਾਂ ਉਹ ਆਪਣੇ ਆਪ ਹੀ ਖਤਮ ਹੋ ਜਾਂਦਾ ਹੈ, ਉਹਨੂੰ ਨਵੇਂ ਸਿਰੇ ਤੋਂ ਹੀ ਲੈ ਕੇ ਆਉਣਾ ਪੈਂਦਾ। ਸੋ ਇੱਕ ਦਾ ਉਹਦਾ ਤਾਂ ਕਾਨੂੰਨੀ ਪਹਿਲੂ ਇਹ ਹੈਗਾ। ਦੂਜੀ ਗੱਲ ਜਿਹੜੀ ਤੁਸੀਂ ਕੀਤੀ ਹੈਗੀ ਹੈ ਵਿਧਾਨ ਸਭਾ ਦੇ ਸੈਸ਼ਨ ਬੁਲਾਉਣ ਦੀ, ਦੇਖੋ ਸੈਸ਼ਨ ਜਦ ਤੱਕ ਪ੍ਰਵੋਗ ਨਹੀਂ ਹੁੰਦਾ ਉਦੋਂ ਤੱਕ ਸਰਕਾਰ ਨੂੰ ਉਸਨੂੰ ਦੁਬਾਰਾ ਬੁਲਾਉਣ ਦਾ ਅਧਿਕਾਰ ਹੈਗਾ। ਉਹਦੇ ਲਈ ਰਾਜਪਾਲ ਦੀ ਇਜਾਜ਼ਤ ਦੀ ਲੋੜ ਨਹੀਂ ਹੈਗੀ। ਮੈਂ ਬਹੁਤ ਰਾਜਪਾਲ ਦੀ ਚਿੱਠੀ ਜਿਹੜੀ ਉਹਨਾਂ ਨੇ ਭੇਜੀ ਹੈ ਉਹ ਪੜ੍ਹ ਕੇ ਬਹੁਤ ਹੈਰਾਨ ਹੋ ਰਿਹਾ ਸੀਗਾ, ਕਿਉਂਕਿ ਅਸੀਂ ਪਹਿਲਾਂ ਇੱਕ ਵਾਰ ਹੁਣ ਤਾਂ ਮਰਹੂਮ ਹੋ ਗਏ ਰਹੇ ਨਹੀਂ ਗੇ ਵੀਰ ਦਵਿੰਦਰ ਹੋਰਾਂ ਨਾਲ, ਉਹਨਾਂ ਨਾਲ ਵੀ ਇੱਕ ਵਾਰੀ ਗੱਲ ਕੀਤੀ ਸੀ ਤੇ ਸਪੀਕਰ ਸਾਹਿਬ ਨਾਲ ਵੀ ਗੱਲ ਕੀਤੀ ਸੀ ਇਹਦੇ ਉੱਤੇ ਕਿ ਕੀ ਇਹਨਾਂ ਨੂੰ ਅਧਿਕਾਰ ਹੈਗਾ ਬੁਲਾਉਣ ਦਾ ਕਿ ਨਹੀਂ। ਉਹ ਕਹਿੰਦੇ ਵੀ ਜਦ ਤੱਕ ਪ੍ਰਵੋਗ ਨਹੀਂ ਹੁੰਦਾ ਤਾਂ ਤੱਕ ਜਿਹੜਾ ਹੈਗਾ ਉਹ ਅਧਿਕਾਰ ਸਰਕਾਰ ਦਾ ਹੀ ਹੈ, ਉਹ ਜਦੋਂ ਮਰਜ਼ੀ ਬੁਲਾ ਲੇ। ਉਹ ਪ੍ਰਵੋਗ ਲੰਬੇ ਸਮੇਂ ਤੱਕ ਇਸੇ ਕਰਕੇ ਹੀ ਕਰਦੇ ਆ। ਅਸੀਂ ਜਦੋਂ ਸ਼ਬਦ ਬੋਲਦੇ ਨਾ ਪ੍ਰਵੋਗ ਕਰਨ ਉਹਦੇ ਵਾਸਤੇ ਤਾਂ ਕਹਿਣੀ ਹੈ ਅਨਿਸ਼ਚਿਤ ਕਾਲੀਨ ਵਾਸਤੇ ਸਥਗਿਤ ਕਰਦਾ ਹੈ, ਉਹ ਟਾਈਮ ਬਾਉਂਡ ਨਹੀਂ ਹੈ, ਅਨਿਸ਼ਚਿਤ ਕਾਲੀਨ ਹੈ। ਜਦੋਂ ਮੌਕਾ ਮਿਲਿਆ ਉਹਨੂੰ ਦੁਬਾਰਾ ਬੁਲਾ ਲਓ। ਪ੍ਰਵੋਗ ਦਾ ਮਤਲਬ ਹੁੰਦਾ ਵੀ ਹੁਣ ਇਹ ਸਦਨ ਉਠਾ ਦਿੱਤਾ ਗਿਆ ਹੈ, ਤਾਂ ਸਦਨ ਉਠਾ ਦਿੱਤਾ ਗਿਆ ਦਾ ਮਤਲਬ ਇਹ ਹੈ ਕਿ ਹੁਣ ਇਹ ਖਤਮ, ਹੁਣ ਜਦੋਂ ਨਵੇਂ ਸਿਰੇ ਤੋਂ ਬਿਠਾਣਾ ਹੈਗਾ ਤਾਂ ਫਿਰ ਗਵਰਨਰ ਦੀ ਇਸ 'ਚ ਮਨਜ਼ੂਰੀ ਦੀ ਲੋੜ ਹੋਊਗੀ। ਤੇ ਪ੍ਰਵੋਗ ਹਜੇ ਨਹੀਂ ਹੋਇਆ, ਹਜੇ ਅਨਿਸ਼ਚਿਤ ਕਾਲੀਨ ਸਥਗਿਤ ਹੋਇਆ। ਸੋ ਉਹਦੇ ਵਿੱਚ ਇਹ ਦਿੱਕਤ ਹੈਗੀ ਹੈ। ਗਵਰਨਰ ਸਾਹਿਬ ਨੇ ਜੋ ਚਿੱਠੀ ਲਿਖੀ ਹੈ ਉਹਦੇ 'ਚ ਮੈਨੂੰ ਨਹੀਂ ਲੱਗਦਾ ਕਿ ਕਾਨੂੰਨੀ ਤੌਰ ਤੇ ਕੋਈ ਉਹ ਜ਼ਿਆਦਾ ਸਾਊਂਡ ਨੇ। ਜਦੋਂ ਪ੍ਰਵੋਗ ਹੀ ਨਹੀਂ ਹੋਇਆ ਤੇ ਬੁਲਾਇਆ ਜਾ ਸਕਦਾ ਹੈ ਤਾਂ ਫਿਰ ਉਹਦੇ ਵਿੱਚ ਜਿਹੜੇ ਪਾਸ ਕੀਤੇ ਹੋਏ ਬਿੱਲ ਨੇ ਉਹ ਵੀ ਫਿਰ ਵੈਧ ਹੀ ਨੇ, ਉਹ ਅਵੈਧ ਨਹੀਂ ਹੋ ਸਕਦੇ। ਤਾਂ ਉਹ ਮੈਨੂੰ ਲੱਗਦਾ ਕਿ ਪਾਸ ਕਰਨੇ ਜ਼ਰੂਰੀ ਹੋਣਗੇ। ਤੇ ਜਿਹੜਾ ਗਵਰਨਰ ਸਾਹਿਬ ਇਹ ਕਹਿ ਰਿਹਾ ਵੀ ਮੈਂ ਤਾਂ ਮੇਰੀ ਨਜ਼ਰ ਮੇਰੇ ਕੋਲ ਇਸ ਗੱਲ ਦੇ ਸਬੂਤ ਹੈਗੇ ਹੈ ਕਿ ਇਹ ਜਿਹੜਾ ਤੁਸੀਂ ਬੁਲਾਇਆ ਸੀਗਾ ਸੈਸ਼ਨ ਇਹ ਅਵੈਧ ਹੈ, ਪਰ ਜਿਹੜੇ ਚ ਪਾਸ ਕੀਤੇ ਹੋਏ ਬਿੱਲ ਨੇ
ਇਹਨਾਂ ਤੇ ਮੈਂ ਅਟਾਰਨੀ ਜਨਰਲ ਦੀ ਰਾਏ ਲਊਂਗਾ। ਅਵੈਧ ਜਿਹੜਾ ਸੈਸ਼ਨ ਹੈ ਉਹ 'ਚ ਵੈਧ ਬਿੱਲ ਪਾਸ ਕਿਵੇਂ ਹੋ ਸਕਦੇ ਆ? ਉਹ 'ਚ ਪਾਸ ਕੀਤੇ ਹੋਏ ਬਿੱਲ ਵੈਧ ਹੋ ਹੀ ਨਹੀਂ ਸਕਦੇ ਜਦੋਂ ਸੈਸ਼ਨ ਹੀ ਅਵੈਧ ਹੈ। ਤਾਂ ਮੈਨੂੰ ਇਹ ਲੱਗਦਾ ਵੀ ਇਹ ਚੀਜ਼ਾਂ ਦੇ ਉੱਤੇ ਟਪਲਾ ਖਾ ਜਾਣਗੇ ਗਵਰਨਰ ਸਾਹਿਬ। ਇਹ ਚੀਜ਼ਾਂ ਠੀਕ ਨਹੀਂ, ਇਹ ਪੋਲਿਟਿਕਸ, ਮੈਨੂੰ ਇੱਥੇ ਪੋਲਿਟਿਕਸ ਜ਼ਿਆਦਾ ਦਿਖ ਰਹੀ ਹੈ ਬਜਾਏ ਇਹਦੇ ਕਿ ਅਸੀਂ ਕਿਸੇ ਚੀਜ਼ ਨੂੰ ਸਿੱਧੇ ਰਸਤੇ ਪਾਈਏ। ਦੇਖੋ, ਜਿੱਥੇ ਤੱਕ ਗਵਰਨਰ ਸਾਹਿਬ ਦੇ ਲੈਟਰ ਦੀ ਗੱਲ ਕਰੀਏ, ਇੰਦਰਪ੍ਰੀਤ ਉਹਨਾਂ ਨੇ ਬਿਲਕੁਲ ਠੀਕ ਕਿਹਾ। ਇੱਕ ਪਾਸੇ ਗਵਰਨਰ ਸਾਹਿਬ ਆਪਣੀ ਚਿੱਠੀ ਦੇ ਵਿੱਚ ਇਹ ਲਿਖਦੇ ਨੇ ਕਿ ਇਹ ਸੈਸ਼ਨ ਗੈਰ ਕਾਨੂੰਨੀ ਸੀ। ਜੇ ਗੈਰ ਕਾਨੂੰਨੀ ਸੈਸ਼ਨ ਸੀਗਾ ਤੇ ਬਿੱਲਾਂ ਦੇ ਉੱਤੇ ਉਹ ਕਿਸ ਤਰੀਕੇ ਨਾਲ ਕਾਨੂੰਨੀ ਕੰਸਲਟੇਸ਼ਨ ਲੈਂਦੇ ਨੇ? ਜੇ ਆਪਣੀ ਗੱਲ ਤੇ ਟਿਕੇ ਰਹਿੰਦੇ ਨੇ ਕਿ ਗੈਰ ਕਾਨੂੰਨੀ ਸੈਸ਼ਨ ਸੀਗਾ, ਉਹ ਪੰਜਾਬ ਸਰਕਾਰ ਆਪਣੇ ਆਪ ਵਿੱਚ ਲੀਗਲੀ ਔਰ ਕਾਨੂੰਨੀ ਤੌਰ ਤੇ ਉਹਨੂੰ ਵੈਧਿਆ ਕਰਾਰ ਦੇ ਸਕਦੀ ਹੈ। ਹੁਣ ਇਹ ਲੈਟਰ ਲਿਖਣ ਦੇ ਪਿੱਛੇ ਗਵਰਨਰ ਸਾਹਿਬ ਦੀ ਮਨਸ਼ਾ ਕੀ ਸੀ? ਤੁਹਾਨੂੰ ਯਾਦ ਹੋਏਗਾ ਜਿਸ ਦਿਨ ਇਹ ਸੈਸ਼ਨ ਸਪੈਸ਼ਲ ਸੈਸ਼ਨ ਬੁਲਾਉਣ ਜਾਣ ਦੀ ਗੱਲ ਵੀ ਤੁਰੀ ਸੀ, ਉਸ ਦਿਨ ਹੀ ਗਵਰਨਰ ਸਾਹਿਬ ਨੇ ਇੱਕ ਸਟੇਟਮੈਂਟ ਦਿੱਤੀ ਸੀ ਪ੍ਰੈਸ ਕਾਨਫਰੰਸ ਬੁਲਾ ਕੇ ਕਿ ਅਗਰ ਮੇਰੇ ਤੋਂ ਇਹ ਸੈਸ਼ਨ ਬੁਲਾਉਣ ਦੀ ਇਜਾਜ਼ਤ ਮੰਗੇ ਕਿ ਮੈਂ ਦੇ ਦੂੰਗਾ। ਪਰ ਅਗਲਿਆਂ ਨੇ ਸੈਸ਼ਨ ਬੁਲਾਉਣ ਦੀ ਇਜਾਜ਼ਤ ਮੰਗੀ ਨਹੀਂ ਔਰ ਬੁਲਾ ਲਿਆ। ਔਰ ਲੀਗਲੀ ਉਹ ਆਪਣੀ ਤਰਫੋਂ ਠੀਕ ਵੀ ਸੀ, ਕਿਉਂਕਿ ਸਪੀਕਰ ਸਾਹਿਬ ਨਾਲ ਵੀ ਗੱਲਬਾਤ ਕਈ ਪੱਤਰਕਾਰਾਂ ਦੀ ਹੋਈ ਹੈ ਜਿਹਦੇ ਵਿੱਚ ਇਹ ਗੱਲ ਸਾਫ਼ ਹੈ ਕਿ ਬੁਲਾਇਆ ਜਾ ਸਕਦਾ ਸੀ ਸੈਸ਼ਨ। ਰਾਦਰ ਇੱਕ ਹੋਰ ਸੈਸ਼ਨ ਵੀ ਬੁਲਾਇਆ ਜਾ ਸਕਦਾ। ਹਜੇ ਵੀ ਉਹ ਇੱਕ ਤਰੀਕੇ ਨਾਲ ਸੈਸ਼ਨ ਖਤਮ ਨਹੀਂ ਹੋਇਆ। ਜੇ ਮੌਨਸੂਨ ਸੈਸ਼ਨ ਤੋਂ ਪਹਿਲੇ ਇੱਕ ਸੈਸ਼ਨ ਹੋਰ ਬੁਲਾਉਣ ਦੀ ਵੀ ਇਜਾਜ਼ਤ ਹੈਗੀ ਹੈ ਜਿਹੜੇ ਬੁਲਾਇਆ ਜਾ ਸਕਦਾ। ਹੁਣ ਇਹ ਗੱਲ ਵੱਡੇ ਪੱਧਰ ਦੇ ਉੱਤੇ ਹਜੇ ਤੱਕ 9 ਸੂਬਿਆਂ ਦੇ ਵਿੱਚ, ਗੈਰ ਭਾਜਪਾ ਸੂਬਿਆਂ ਦੇ ਵਿੱਚ ਗਵਰਨਰ ਔਰ ਇਲੈਕਟਿਡ ਗਵਰਨਮੈਂਟ ਦਾ ਇੱਕ ਤਰੀਕੇ ਨਾਲ ਜਿਹੜੀ ਲੜਾਈ ਕਹਿ ਲਓ ਜਾਂ ਕਨਫਲਿਕਟ ਕਹਿ ਲਓ ਉਹ ਪਿਆ ਹੋਇਆ ਸੀਗਾ। ਪਰ ਸਾਡੇ ਇੱਥੇ ਜਿਹੜਾ ਕਨਫਲਿਕਟ ਪਿਆ ਉਹ ਬਿਲਕੁਲ ਹੀ ਵੱਖਰੇ ਤਰੀਕੇ ਦਾ। ਜਿੱਥੇ ਗਵਰਨਰ ਸਾਹਿਬ ਕਹਿ ਰਹੇ ਨੇ ਵੀ ਸੈਸ਼ਨ ਹੀ ਤੁਹਾਡਾ ਇੱਕ ਗੈਰ ਕਾਨੂੰਨੀ ਸੀਗਾ, ਇਹ ਮੈਨੂੰ ਲੱਗਦਾ ਹੈ ਕਿ ਕਾਨੂੰਨੀ ਤੌਰ ਤੇ ਪੰਜਾਬ ਸਰਕਾਰ ਇਸ ਮੁੱਦੇ ਦੇ ਉੱਤੇ ਠੀਕ ਨੇ, ਪਰ ਉਹਨਾਂ 4 ਬਿੱਲਾਂ ਦਾ ਲਟਕ ਜਾਣਾ ਉਹ ਆਪਣੇ ਆਪ ਵਿੱਚ ਇਸ ਲੈਟਰ ਦੇ ਜ਼ਰੀਏ, ਕਿਉਂਕਿ ਹੁਣ ਲੀਗਲ ਐਂਗਲ ਇਹਦੇ ਵਿੱਚ ਆ ਗਿਆ ਤੇ ਲੀਗਲੀ ਇਸ ਗੱਲ ਨੂੰ ਜਸਟੀਫਾਈ ਕਰਨ ਦੀ ਲੋੜ ਹੈਗੀ ਹੈ। ਪਰ ਉਹਨਾਂ 4 ਬਿੱਲਾਂ ਦੇ ਉੱਤੇ ਗਵਰਨਰ ਸਾਹਿਬ ਦਾ ਫੈਸਲਾ ਜਿਹੜਾ 6 ਮਹੀਨੇ ਦੇ ਵਿੱਚ ਕਾਨੂੰਨੀ ਤੌਰ ਤੇ ਲੈਣਾ ਹੁੰਦਾ ਹੈ ਉਹ ਜ਼ਰੂਰ ਡਿਲੇ ਹੋ ਗਿਆ। ਇੰਦਰਪ੍ਰੀਤ ਜੀ, ਜਦੋਂ ਚੰਡੀਗੜ੍ਹ ਦਾ ਮਾਮਲਾ ਵੀ ਇਸੇ ਵੇਲੇ ਭਖਿਆ ਹੋਇਆ, ਉਹਦੇ ਉੱਤੇ ਮੁੱਖ ਮੰਤਰੀ ਸਾਹਿਬ ਨੇ ਅਜੇ ਤੱਕ ਕੁਝ ਨਹੀਂ ਕਿਹਾ। ਔਰ ਚੰਡੀਗੜ੍ਹ ਦਾ ਮਾਮਲਾ ਗਵਰਨਰ ਨਾਲ ਸੰਬੰਧਿਤ ਹੈ ਕਿਉਂਕਿ ਉਹ ਪ੍ਰਸ਼ਾਸਕ ਨੇ। ਤੇ ਕੱਲ ਜਦੋਂ ਹਰਿਆਣੇ ਦੇ ਅਧਿਕਾਰੀਆਂ ਵੱਲੋਂ, ਹਰਿਆਣੇ ਦੀ ਸਰਕਾਰ ਵੱਲੋਂ ਜਿਹੜੀ ਜ਼ਮੀਨ 10 ਏਕੜ ਲਈ ਜਾਣੀ ਆ ਆਪਣੀ ਵਿਧਾਨ ਸਭਾ ਲਈ ਚੰਡੀਗੜ੍ਹ 'ਚ, ਉਹਦੇ ਬਦਲੇ ਦਿੱਤੀ ਜਾਣ ਵਾਲੀ ਜ਼ਮੀਨ ਦੀ ਨਿਸ਼ਾਨਦੇਹੀ ਤੱਕ ਕਰਾ ਲੈਣ ਦੀ ਗੱਲ ਆ ਰਹੀ ਆ। ਤੇ ਜਿਹੜੀਆਂ ਫਾਰਮੈਲਿਟੀਜ਼ ਚੰਡੀਗੜ੍ਹ ਪ੍ਰਸ਼ਾਸਨ ਨੇ ਪੂਰੀਆਂ ਕਰਨ ਲਈ ਕਿਹਾ ਸੀ, ਜੇ ਉਹਦੇ ਤੇ ਅੱਗੇ ਵਧ ਰਿਹਾ ਤੇ ਸਾਡੇ ਸਰਕਾਰ ਵਾਲੇ ਸੱਤਾਧਾਰੀ ਪੱਖ ਚੁੱਪ ਕਿਉਂ ਆ? ਮੈਨੂੰ ਲੱਗਦਾ ਗਵਰਨਰ ਨੂੰ ਇਸ ਮਾਮਲੇ 'ਚ ਮੁੱਖ ਮੰਤਰੀ ਦਾ ਸਵਾਲ ਪੁੱਛਣਾ ਬੜਾ ਜਾਇਜ਼ ਆ ਕਿ ਵੀ ਇਹ ਹੋ ਕੀ ਰਿਹਾ ਜੀ, ਇਹ ਡੀਲ ਕੀ ਆ, ਇਹ ਰਾਜਧਾਨੀ ਪੰਜਾਬ ਦੀ ਆ, ਇਸ ਏਰੀਏ ਦੇ ਵਿੱਚ ਤੁਸੀਂ ਦਖਲ ਨਹੀਂ ਦੇ ਸਕਦੇ, ਇਸ ਏਰੀਏ ਦੇ ਵਿੱਚ ਤੁਸੀਂ ਕੁਝ ਵੀ ਐਸਾ ਨਹੀਂ ਕਰ ਸਕਦੇ ਜਿਹੜਾ ਸਾਡੀਆਂ ਭਾਵਨਾਵਾਂ ਦੇ ਉਲਟ ਹੋਵੇ। ਸੋ ਮੈਨੂੰ ਲੱਗਦਾ ਕਿ ਜਿਹੜਾ ਤਰਜੀਹੀ ਮਾਮਲਾ ਸੀ ਉਹਨੂੰ ਮੁੱਖ ਮੰਤਰੀ ਪਿੱਛੇ ਛੱਡ ਗਏ। ਬਿਲਕੁਲ ਇਹ ਲੱਗ ਰਿਹਾ ਜਿਸ ਤਰ੍ਹਾਂ ਹਜੇ ਤੱਕ ਕੋਈ ਉਹਨਾਂ ਦੀ ਸਟੇਟਮੈਂਟ ਹੀ ਨਹੀਂ ਆਈ ਔਰ ਲਗਾਤਾਰ 3-4 ਦਿਨ ਤੋਂ ਜ਼ਮੀਨ ਦੇ ਆਦਾਨ ਪ੍ਰਦਾਨ ਦੀ ਗੱਲ ਚੱਲ ਰਹੀ ਹੈ। ਔਰ ਕੱਲ ਤਾਂ ਡਿਮਾਰਕੇਸ਼ਨ ਵੀ ਕਰਵਾਤੀ ਹੈ 12 ਏਕੜ ਦੀ ਪੰਚਕੂਲਾ ਡਿਸਟ੍ਰਿਕਟ ਦੇ ਜਿਹੜੀ ਜ਼ਮੀਨ ਹੈਗੀ ਹੈ। ਔਰ ਹਜੇ ਤੱਕ ਸੀਐਮ ਦਾ ਇੱਕ ਬਿਆਨ ਵੀ ਨਹੀਂ ਆਇਆ। ਕੀ ਸੀਐਮ ਨੂੰ ਨਹੀਂ ਚਾਹੀਦਾ ਸੀ ਵੀ ਕੱਲ ਇਹਦੇ ਉੱਤੇ ਲੈਟਰ ਲਿਖਦੇ ਪ੍ਰੋਪਰ ਗਵਰਨਰ ਸਾਹਿਬ ਨੂੰ ਕਿ ਇਹ ਤੁਸੀਂ ਡੀਲ ਜਿਹੜੀ ਕਰ ਰਹੇ ਹੋ ਇਹ ਕਿਵੇਂ ਕੀਤੀ ਜਾ ਰਹੀ ਹੈ? ਪੰਜਾਬ ਦੀ ਧਰਤੀ ਹੈ, ਪੰਜਾਬ ਦੀ ਰਾਜਧਾਨੀ ਹੈ, ਉਹਦੀ ਬਿਨਾਂ ਪੰਜਾਬ ਤੋਂ ਪੁੱਛੇ ਔਰ ਤੁਸੀਂ ਉਹ ਜ਼ਮੀਨ ਦੇ ਰਹੇ ਹੋ। ਦੇਖੋ, ਬੇਸ਼ੱਕ ਚੰਡੀਗੜ੍ਹ ਯੂਟੀ ਹੈ, ਕੇਂਦਰ ਸ਼ਾਸਿਤ ਪ੍ਰਦੇਸ਼ ਹੈ, ਪਰ ਉਹ ਕੇਂਦਰ ਸ਼ਾਸਿਤ ਪ੍ਰਦੇਸ਼ ਸਿਰਫ ਕੇਅਰ ਟੇਕਰ ਵਾਸਤੇ ਨਾ ਸੀ। ਜਦ ਤੱਕ ਪੰਜਾਬ ਤੇ ਹਰਿਆਣੇ ਦੇ ਝਗੜੇ ਚੱਲ ਰਹੇ ਨੇ ਤਾਂ ਤੱਕ ਇਹ ਕੇਅਰ ਟੇਕ ਹੋਏ ਇਸ ਸ਼ਹਿਰ ਦੀ। ਪਰ ਇਹਦੇ ਤੇ ਫੈਸਲੇ ਤਾਂ ਏਦਾਂ ਲੈ ਰਹੇ ਜਿਵੇਂ ਉਹ ਮਾਲਕ ਹੁੰਦੇ ਆ। ਸੋ ਮਾਲਕ ਨੂੰ ਫੈਸਲਾ ਲੈਣ ਦਾ ਅਧਿਕਾਰ ਹੈ, ਨਾ ਕਿ ਕੇਅਰ ਟੇਕਰ ਨੂੰ ਅਧਿਕਾਰ ਹੈ। ਸੋ ਇਹ ਜਿਹੜੇ ਹਜੇ ਤੱਕ ਜਿਹੜੀ ਪੋਲੀਟੀਕਲ ਪਾਰਟੀਆਂ ਦੀ ਖਾਮੋਸ਼ੀ ਹੈ ਉਹ ਵੀ ਇੱਕ ਬੜੀ ਸੰਦੇਹ ਪੈਦਾ ਕਰ ਰਹੀ ਹੈ। ਪਰ ਇਹਦੇ ਵਿੱਚ ਇੱਕ ਬੜਾ ਇੰਟਰਸਟਿੰਗ ਸੀਗੀ ਜਿਹੜੀ ਕੱਲ ਜਲੰਧਰ ਦੇ ਵਿੱਚ ਸੁਨੀਲ ਜਾਖੜ ਹੋਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਉਹਦੇ ਵਿੱਚ ਜਿਹੜਾ ਉਹਨਾਂ ਨੇ ਕਿਹਾ ਵੀ ਅਸੀਂ 1 ਇੰਚ ਵੀ ਜ਼ਮੀਨ ਲੈਣ ਨਹੀਂ ਦੇਵਾਂਗੇ। ਦੇਖੋ, ਇਹ ਪੋਲੀਟੀਕਲ ਸਟੇਟਮੈਂਟ ਹੈ ਜਾਂ ਉਹਨਾਂ ਦਾ ਇਹ ਵਿਰੋਧ ਹੈ, ਜੋ ਵੀ ਹੈਗਾ। ਮੈਨੂੰ ਇਹ ਲੱਗ ਰਿਹਾ ਕਿ ਹੁਣ ਤੱਕ ਜਿੰਨਾ ਵੀ ਕੰਮ ਹੋ ਰਿਹਾ ਚਾਹੇ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਹੋਵੇ ਉਹ ਸਿਰਫ ਸਟੇਟਮੈਂਟਾਂ ਤੱਕ ਹੀ ਰਹਿ ਗਿਆ। ਇਹ ਸਾਰੀਆਂ ਹੀ ਧਿਰਾਂ ਹੁਣ ਜਾਣਦੀਆਂ ਨੇ ਕਿ ਹੁਣ ਇਸ ਤੇ ਸਿਰਫ ਸਟੇਟਮੈਂਟਾਂ ਹੀ ਆਣਗੀਆਂ, ਹੋਏਗਾ ਕੁਝ ਨਹੀਂ। ਕਿਸੇ ਨੇ ਵਿੱਚ ਕੇਸ ਨਹੀਂ ਕਰਨਾ ਸੁਪਰੀਮ ਕੋਰਟ ਦੇ ਵਿੱਚ, ਕਿਸੇ ਨੇ ਕਿਤੇ ਹੋਰ ਨਹੀਂ ਜਾਣਾ ਜਾਂ ਸੰਘਰਸ਼ ਨਹੀਂ ਕਰਨਾ, ਏਦਾਂ ਦੀ ਚੀਜ਼ ਕੁਝ ਨਹੀਂ ਹੋਏਗੀ। ਸਿਰਫ ਸਟੇਟਮੈਂਟ ਆਣਗੀਆਂ। ਇਸ ਕਰਕੇ ਚੁੱਪਚਾਪ ਕੰਮ ਕਰਦੇ ਚਲੋ, ਕਿਸੇ ਨੂੰ ਕੋਈ ਪੁੱਛਣ ਦੀ ਲੋੜ ਨਹੀਂ, ਕਿਸੇ ਨੂੰ ਕੋਈ ਜਵਾਬ ਦੇਣ ਦੀ ਵੀ ਲੋੜ ਨਹੀਂ ਹੈ ਜੀ। ਪਰ ਇਹਦੇ ਨਾਲ ਇੱਕ ਹੋਰ ਮਾਮਲਾ ਸੀ, ਉਹਨੂੰ ਵੀ ਟੱਚ ਕਰ ਦਿਓ। ਉਹ ਇਹ ਸੀਗਾ ਕਿ ਹਿਮਾਚਲ ਨੇ ਵੀ ਇੱਕ ਪੈਨਲ ਗਠਿਤ ਕੀਤਾ ਹੋਇਆ
ਵੀ ਆਪਣੇ ਹਿੱਸੇ ਦੀ ਉੱਥੋਂ ਜ਼ਮੀਨ ਲੈਣ ਲਈ, ਚੰਡੀਗੜ੍ਹ ਦਾ ਹਿੱਸਾ, ਚੰਡੀਗੜ੍ਹ 'ਚੋਂ ਹਿੱਸਾ ਲੈਣ ਲਈ ਚਾਰਾਜੋਈ ਕਰੀਏ। ਔਰ ਨਾਲ ਦੀ ਨਾਲ ਉਹ BBMB ਦੇ ਮਾਮਲੇ ਦੇ ਵਿੱਚ ਵੀ ਅੱਗੇ ਵੱਧ ਰਿਹਾ ਵੀ ਸਾਨੂੰ ਜਿਹੜੇ ਪੁਰਾਣੇ ਸਾਡੇ ਕੋਲ ਦੇਣਦਾਰੀਆਂ ਨੇ ਉਹ ਦੋ ਬਈ। 2011 ਤੋਂ ਪਹਿਲਾਂ ਦੇ ਮਾਮਲੇ ਉਹ ਲੈ ਕੇ ਕੱਢ ਕੇ ਬਹਿ ਗਿਆ। ਉਹ ਤਾਂ ਸਾਰੇ ਬੜੇ ਚੁਸਤ ਆ। ਸਾਡੇ ਵਾਲੇ ਪਾਸੇ ਲੜਾਈ ਬਹੁਤ ਸਤਹੀ ਮੁੱਦਿਆਂ ਤੇ ਹੋ ਜਾਂਦੀ। ਰੰਧਾਵਾ ਸਾਹਿਬ, ਉਹ ਅਸਲ 'ਚ ਨਵੀਂ ਸਰਕਾਰ ਬਣੀ ਹੈ, ਇਸ ਕਰਕੇ ਥੋੜਾ ਜਿਹਾ ਜੋ ਨਵਾਂ ਮੁਰਗਾ ਹੁੰਦਾ ਬਾਂਗ ਵੀ ਉੱਚੀ ਉੱਚੀ ਦਿੰਦਾ। ਇਹ ਕਿਹੜੀ ਪੁਰਾਣੀ ਆ? ਇਹ ਕਿਹੜੀ ਪੁਰਾਣੀ ਆ? ਤੁਸੀਂ ਇਹਨੂੰ ਕਿਹੜਾ 10 ਸਾਲ ਪੁਰਾਣੀ ਕਹਿੰਦੇ? ਇਹਨਾਂ ਦੇ ਕਿਹੜਾ ਕੋਈ ਪਿੱਛੇ ਭਾਰ ਲੱਦਿਆ ਵੀ ਇਹਨਾਂ ਨੇ ਬੜੀ ਕਰਪਸ਼ਨ ਕੀਤੀ? ਇਹ ਵੀ ਡਾਂਗ ਕੱਢ ਕੇ ਖਲੋਤੇ ਰਹਿੰਦੇ। ਇਹ ਤਾਂ ਕੀ ਨਾਮ ਹੈ, 1 ਸਾਲ ਪੁਰਾਣੀ ਹੋ ਗਈ ਹੈ ਤੇ ਇਹਨਾਂ ਨੇ ਦੇਖ ਲਿਆ ਵੀ ਇਹ ਸਿਰਫ ਸਟੇਟਮੈਂਟਾਂ ਤੱਕ ਹੀ ਸੀਮਿਤ ਰਹਿਣਾ ਪੈਣਾ ਹੈ, ਕਿਉਂਕਿ ਹੁਣ ਇਹਦੇ 'ਚ ਕੁਝ ਨਹੀਂ। ਉੱਥੇ ਵੀ ਹੈ, ਉੱਥੇ ਦੇਖੋ ਤੁਸੀਂ 7.19% ਹਿੱਸੇਦਾਰੀ ਉਹ ਕਹਿ ਰਿਹਾ ਹੈ ਵੀ ਚੰਡੀਗੜ੍ਹ ਦੇ ਵਿੱਚ ਜਿਨ੍ਹਾਂ ਦੀ 60% ਹਿੱਸੇਦਾਰੀ ਆ ਉਹਨਾਂ ਨੂੰ ਤਾਂ ਹਜੇ 1 ਇੰਚ ਜ਼ਮੀਨ ਨਹੀਂ ਮਿਲੀ ਹੈਗੀ, ਤੇ ਜਿਨ੍ਹਾਂ ਦੀ ਹੈ ਹੀ ਸਿਰਫ 7% ਉਹ ਪਤਾ ਨਹੀਂ ਕਿੱਥੋਂ ਕਦੋਂ ਜ਼ਮੀਨ ਲੈਣਗੇ ਤੇ ਕਿਹੜਾ ਹਿੱਸਾ ਲੈਣਗੇ। ਇਹ 'ਚ ਬੜਾ ਇਹ ਦੇਖਣ ਵਾਲਾ ਵੀ ਪੁਆਇੰਟ ਹੋਣਗੇ। ਸੋ ਮੈਂ ਤੁਹਾਨੂੰ ਜਿਹੜੇ ਕਿਹਾ ਵੀ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹ ਹੁਣ ਸਿਰਫ ਔਰ ਸਿਰਫ ਸਟੇਟਮੈਂਟਾਂ ਤੱਕ ਆ ਗਈਆਂ ਨੇ। ਕੱਲ ਉਹਨਾਂ ਨੇ ਇੱਕ ਕਮੇਟੀ ਦਾ ਗਠਨ ਕੀਤਾ ਹੈਗਾ, ਉਹਦੇ 'ਚ ਜਿਹੜੇ ਉਹਨਾਂ ਦੇ ਐਗਰੀਕਲਚਰ ਮਿਨਿਸਟਰ ਨੇ, ਰੈਵਨਿਊ ਮਿਨਿਸਟਰ ਨੇ ਔਰ ਇੰਡਸਟਰੀ ਮਿਨਿਸਟਰ ਨੇ, ਇਹਨਾਂ ਦੀ ਇੱਕ ਕਮੇਟੀ ਬਣਾਈ ਹੈ ਜਿਹੜੀ ਇਹ ਸਾਰੇ ਮਸਲੇ ਹੱਲ ਕਰਨ ਵਾਲਾ ਅੱਗੇ ਵਧੇਗੀ। ਹਾਂ, ਜਿਹੜਾ ਤਾਂ ਬਿਜਲੀ ਵਾਲਾ ਇਸ਼ੂ ਹੈਗਾ, ਦੇਖੋ ਉਹ ਸੁਪਰੀਮ ਕੋਰਟ ਤੋਂ ਉਹ ਜਿੱਤੇ ਹੋਏ ਨੇ। 2011 ਤੋਂ ਫੈਸਲਾ ਹੋ ਚੁੱਕਿਆ ਵੀ 7.19% ਜਿਹੜਾ ਬਿਜਲੀ ਦਾ ਸ਼ੇਅਰ ਹੈ ਉਹ ਹਿਮਾਚਲ ਨੂੰ ਦੇਣਾ ਪਏਗਾ। ਹਿਮਾਚਲ ਹੁਣ ਇਸ ਗੱਲ ਦੇ ਉੱਤੇ ਕਲੇਮ ਕਰ ਰਿਹਾ ਹੈ ਵੀ ਜਿਹੜਾ ਫੈਸਲਾ ਤਾਂ 1966 ਤੋਂ ਲਾਗੂ ਹੋਣਾ ਨਾ, ਤਾਂ 1966 ਤੋਂ ਲੈ ਕੇ ਹੁਣ ਤੱਕ ਸਾਨੂੰ ਜਿਹੜਾ 13 ਲੱਖ ਸ਼ਾਇਦ ਮਿਲੀਅਨ ਹੈਗੇ ਨੇ ਯੂਨਿਟਸ, ਉਹ ਸਾਨੂੰ ਕਿਉਂ ਨਹੀਂ ਦਿੱਤੇ ਗਏ? ਉਹ ਸਾਨੂੰ ਦਿੱਤੇ ਜਾਣ। ਸੋ ਉਸ ਦੀ ਲੜਾਈ ਤਾਂ ਉਹ ਵਾਲਾ ਪਾਰਟ ਤਾਂ ਉਹਨਾਂ ਦਾ ਜਾਇਜ਼ ਲੱਗਦਾ ਹੈ, ਕਿਉਂਕਿ ਉਹ ਉਹਨਾਂ ਦਾ ਹੱਕ ਹੈਗਾ। ਸੁਪਰੀਮ ਕੋਰਟ ਨੇ ਉਹਨਾਂ ਨੂੰ ਮਿਲਿਆ ਹੋਇਆ ਤੇ ਪੰਜਾਬ ਜਾਂ ਹਰਿਆਣੇ ਨੂੰ ਮਿਲ ਕੇ ਉਹ ਦੇਣਾ ਹੈ। ਉਹ ਚਾਹੇ ਪੈਸੇ ਦੇ ਰੂਪ 'ਚ ਉਹਨਾਂ ਨੂੰ ਦੇਣ ਜਾਂ ਇਹ ਕਹਿ ਦੇਣ ਵੀ ਅਗਲੇ 32 ਸਾਲ ਤੱਕ ਤੁਸੀਂ ਸ਼ੇਅਰ ਹੋਰ ਵਧਾ ਲਓ ਤੇ ਮਤਲਬ ਜਿਹੜਾ ਤੁਸੀਂ ਇਹ ਸ਼ੇਅਰ ਆਪਣਾ ਲੈ ਲਓ, ਪੈਸੇ ਤਾਂ ਦਿੱਤੇ ਨਹੀਂ ਜਾਣੇ। ਸੋ ਮੈਨੂੰ ਇਹ ਲੱਗਦਾ ਵੀ ਉੱਥੇ ਤੱਕ ਤਾਂ ਠੀਕ ਹੈ, ਲੇਕਿਨ ਜਿਹੜਾ ਚੰਡੀਗੜ੍ਹ ਦੇ ਵਿੱਚ ਹੈ ਇੱਥੇ ਤਾਂ ਮੈਂ ਕਹੀ ਜਾ ਰਿਹਾ ਬਾਰ-ਬਾਰ, ਹਜੇ ਤੱਕ ਤਾਂ ਕਹਿ ਰਹੇ 51.80% ਤਾਂ ਪੰਜਾਬ ਦਾ ਹਿੱਸਾ ਉਹ ਨਹੀਂ ਮਿਲਿਆ। 37.20% ਜਿਹੜਾ ਹਿਮਾਚਲ ਦਾ ਹਿੱਸਾ ਹੈ, ਹਰਿਆਣੇ ਦਾ ਹਿੱਸਾ ਹੈ, ਉਹ ਨਹੀਂ ਮਿਲਿਆ। ਤੇ ਉਹ 7 ਪੁਆਇੰਟ ਵਾਲਾ ਕਿੱਥੇ ਚਾਹੁੰਦਾ ਹੈ? ਮੈਨੂੰ ਤਾਂ ਲੱਗਦਾ ਵੀ ਜਿਹੜਾ ਸਭ ਤੋਂ ਛੋਟਾ ਹੈ 3 ਪੁਆਇੰਟ ਕੁਛ ਜਿਹੜਾ % ਹਿੱਸਾ ਹੈ ਯੂਟੀ ਦਾ ਹੈਗਾ, ਉਹ ਹੀ ਸਾਰਾ ਸਾਂਭੀ ਬੈਠਾ ਹੈ। ਤੇ ਉਹ ਇੰਟਰਸਟਿੰਗ ਪਾਰਟ ਤਾਂ ਇਹਦੇ 'ਚ ਇਹ ਹੈ ਵੀ ਜਿਹੜੇ ਵੱਡੇ ਹਿੱਸੇਦਾਰ ਨੇ ਉਹਨਾਂ ਨੂੰ ਤਾਂ ਮਿਲ ਨਹੀਂ ਰਿਹਾ, ਜਿਹੜੇ ਛੋਟੇ ਹਿੱਸੇਦਾਰ ਨੇ ਸਾਰਾ ਕੁਝ ਤਾਂ ਉਹੀ ਸਾਂਭੀ ਬੈਠੇ ਹੈ। ਦੇਖੋ ਉਹ ਲਾਡਲਾ ਹੋਇਆ ਨਾ ਫਿਰ ਘਰ ਦੇ ਮੁਖੀ ਦਾ, ਉਹ ਕੇਂਦਰ ਦਾ ਲਾਡਲਾ ਹੈ ਨਾ, ਇਸ ਕਰਕੇ ਉਹ 3% ਨਾਲ ਵੀ ਸਾਰਿਆਂ ਦੇ ਸਿਰ ਤੇ ਬੈਠਾ। ਔਰ ਭਾਸਕਰ ਸਾਹਿਬ, ਇਹ ਮਾਮਲਾ ਵੈਸੇ ਇਹ ਜਦੋਂ ਪੈਸੇ ਭਾਲਦੇ ਆ ਜਾਂ ਯੂਨਿਟ ਭਾਲਦੇ ਆ, ਇਹ ਪੰਜਾਬੀ 'ਚ ਕਹਿੰਦੇ ਹੁੰਦੇ ਕਿ ਉਹ ਕਪਲ ਦੇ ਸ਼ੋਅ 'ਚ ਕਹਿੰਦੇ ਹੁੰਦੇ ਸੀ ਬਾਬਾ ਜੀ ਦਾ ਠੁੱਲੂ। ਇਹ ਲੈ ਲੈਣ ਇਹਨਾਂ ਕੋਲ ਜਿਹੜੇ ਪਹਿਲਾਂ ਹੀ ਆਪਣਾ ਰੋਟੀ ਪਾਣੀ ਜਿਹੜਾ ਕਰਜ਼ੇ ਲੈ ਚਲਾਉਂਦੇ ਆ। ਹਾਂ, ਕਹਿਣਗੇ ਸਾਡੇ ਨਾਂ ਤੇ ਕਰਜ਼ਾ ਲੈ ਲਓ ਤੇ ਉਹ ਭਾਖੜਾ ਨੰਗਲ ਡੈਮ ਨੂੰ ਕਹਿਣੇ ਧਰ ਲਓ, ਹੋਰ ਕੀ ਕਰਨਗੇ। ਵੈਸੇ ਭਾਸਕਰ ਸਾਹਿਬ ਨਾਲ ਇਹ ਤੇ ਟਿੱਪਣੀ ਦਿਓ। ਇੱਕ ਸਵਾਲ ਤੁਹਾਡੇ ਏਰੀਏ ਦਾ, ਦੁਆਬੇ ਦਾ ਹੈ। ਸੰਪਲਾ ਸਾਹਿਬ ਜਿਹੜੇ ਕਿ ਚੇਅਰਮੈਨ ਨੇ SC ST ਦੇ, ਉਹਨਾਂ ਨੂੰ ਵਾਪਸ ਸੰਗਠਨ 'ਚ ਲਿਆਂਦਾ ਜਾ ਰਿਹਾ। ਇਸ ਵਾਵਾ ਮਤਲਬ ਇੱਧਰ ਫਾਇਦਾ ਕਿ ਉੱਧਰ? ਦੇਖੋ, ਪਿਛਲੇ ਜਿਹੜੀ 2 ਖਬਰਾਂ ਤੁਸੀਂ ਡਿਸਕਸ ਕੀਤੀਆਂ ਉਹਦੇ ਵਿੱਚ ਇੱਕ ਗੱਲ ਹੈਗੀ ਹੈ, ਜਿੱਦਾਂ ਹਿਮਾਚਲ ਦਾ ਤੇ ਉਹ ਚੀਜ਼ ਲੱਗਦੀ ਹੈ 100 ਏਕੜ ਦਾ ਡਿਸਪਿਊਟ ਸੋਲਵ ਕਰ ਰਹੇ ਸੀਗੇ, ਪਟਵਾਰੀ ਵੀ ਸੀਗੇ ਇਕੱਠੇ, ਸਾਰੇ ਮਤਲਬ ਮੋਹਤਵਾਰ ਬੰਦੇ ਇਕੱਠੇ ਸੀਗੇ। ਤੇ ਉਹਦੇ ਵਿੱਚੋਂ ਇੱਕ ਬੰਦਾ ਆਂਦਾ ਕਹਿੰਦਾ ਯਾਰ ਤੁਸੀਂ 100 ਏਕੜ ਦਾ ਡਿਸਪਿਊਟ ਬਾਅਦ ਚੋਂ ਸੋਲਵ ਕਰਨਾ, ਪਹਿਲੇ ਮੇਰੇ 2 ਮਰਲੇ ਦਾ ਹਿਸਾਬ ਕਰੋ। ਏਦਾਂ ਹਿਮਾਚਲ ਦਾ ਸਿਸਟਮ ਹੈਗਾ। ਪਰ ਦੂਜੇ ਪਾਸੇ ਕਹਿੰਦੇ ਮੇਰੀ ਛੁੱਟੀ ਕਰੋ, 2 ਮਰਲੇ ਮੈਨੂੰ ਦਿਓ, ਬਾਕੀ ਤੁਸੀਂ ਆਪਾਂ ਲੜਦੇ ਰਹੋ। ਤੁਹਾਡਾ ਤੇ ਵੱਡਾ ਕੰਮ ਹੈ, ਤੁਹਾਡੇ ਤੇ ਲੰਬੇ ਮਸਲੇ ਨੇ, ਟਾਈਮ ਲੱਗਣਾ ਹੈ। ਆ ਮੇਰੇ 2 ਮਰਲੇ ਦੇ ਦਿਓ, ਮੈਂ ਤਾਂ ਵਿਹਲਾ ਹੋਵਾਂ, ਨਾਲੇ ਤੁਹਾਡੇ ਲਈ ਵੀ ਸੌਖਾ ਹੈ। ਬਿਲਕੁਲ। ਔਰ ਦੂਜੇ ਪਾਸੇ ਤੁਸੀਂ ਜਾਖੜ ਸਾਹਿਬ ਦੀ ਉਸ ਗੱਲ ਦਾ ਜ਼ਿਕਰ ਕੀਤਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਨੂੰ ਵੱਖਰੀ ਵਿਧਾਨ ਸਭਾ ਦੇ ਵਿੱਚ ਵਾਸਤੇ ਜਿਹੜੀ ਜਗ੍ਹਾ ਚੰਡੀਗੜ੍ਹ ਦੇ ਵਿੱਚ ਦਿੱਤੀ ਜਾ ਰਹੀ ਹੈ, ਉਹਦਾ ਵਿਰੋਧ ਕਰਦੇ ਨੇ। ਕੱਲ ਇਸ ਤਰ੍ਹਾਂ ਦਾ ਇੱਕ ਬਿਆਨ ਕੇਂਦਰੀ ਰਾਜ ਮੰਤਰੀ ਦਾ ਵੀ ਆਇਆ, ਸੋਮ ਪ੍ਰਕਾਸ਼ ਹੋਣਾ। ਉਹਨਾਂ ਨੇ ਵੀ ਕਿਹਾ ਕਿ ਚੰਡੀਗੜ੍ਹ ਦੇ ਉੱਤੇ ਹੱਕ ਹੈਗਾ ਪੰਜਾਬ ਦਾ, ਤੇ ਪੰਜਾਬ ਦੇ ਹੱਕ ਨੂੰ ਦੇਖਦੇ ਹੋਏ ਵੱਖਰੀ ਵਿਧਾਨ ਸਭਾ ਦੇ ਵਾਸਤੇ ਉਹ ਜਿਹੜੀ ਜਗ੍ਹਾ ਹਰਿਆਣਾ ਨੂੰ ਦਿੱਤੀ ਜਾ ਰਹੀ ਹੈ ਉਹ ਨਹੀਂ ਦਿੱਤੀ ਜਾਣੀ ਚਾਹੀਦੀ। ਹੁਣ ਦੇਖੋ, ਜਾਖੜ ਸਾਹਿਬ ਜਿਹੜੇ BJP ਦੇ ਪ੍ਰਧਾਨ ਨੇ ਪੰਜਾਬ ਦੇ, ਔਰ ਸੋਮ ਪ੍ਰਕਾਸ਼ ਜਿਹੜੇ ਹੁਸ਼ਿਆਰਪੁਰ ਕੌਂਸਟੀਚੁਐਂਸੀ ਦੇ ਹੈਗੇ ਨੇ, ਔਰ MP ਵੀ ਹੈਗੇ ਨੇ, ਔਰ ਕੇਂਦਰੀ ਰਾਜ ਮੰਤਰੀ ਹੈਗੇ ਨੇ, ਉਹ ਵਿਰੋਧ ਕਰ ਰਹੇ ਨੇ। ਸਾਡੇ ਵਾਲੇ ਮੁੱਖ ਮੰਤਰੀ ਨੂੰ ਜਦ ਇਹ ਗੱਲ ਪੁੱਛੀ ਗਈ, ਕਹਿੰਦੇ ਮੈਂ ਉਹ 10 ਏਕੜ ਦੀ ਗੱਲ ਨਾ ਕਰੋ, ਮੈਂ ਹਾੜੀ 'ਚ ਆਏ ਹੋਏ ਸੈਂਕੜੋ ਏਕੜ ਬਚਾਣੇ ਆ ਪਹਿਲੇ,
ਉਸ ਤੋਂ ਬਾਅਦ ਮੈਂ ਗੱਲ ਕਰਾਂਗਾ ਉਹਨਾਂ 10-12 ਏਕੜ ਦੀ ਜਿਹੜੀ ਗੱਲ ਤੁਸੀਂ ਮੈਨੂੰ ਪੁੱਛਣਾ ਚਾਹੁੰਦੇ ਹੋ। ਔਰ ਕੱਲ ਜਾਖੜ ਸਾਹਿਬ ਘੇਰਦੇ ਹੋਏ ਵੀ ਨਜ਼ਰ ਆਉਂਦੇ ਕਿ ਇੰਪੋਰਟੈਂਟ ਮੁੱਦਿਆਂ ਦੇ ਉੱਤੇ ਤੇ ਤੁਸੀਂ ਇਹ ਕਹਿੰਦੇ ਹੋ ਕਿ ਮੈਂ ਹੜ੍ਹਾਂ ਦੇ ਵਿੱਚ ਬਿਜ਼ੀ ਹਾਂ, ਗੋਡੇ ਗੋਡੇ ਪਾਣੀ ਹੈ, ਬਲਕਿ ਗੋਡਿਆਂ ਤੋਂ ਵੀ ਉੱਤੇ ਹੈਗਾ, ਇਸ ਕਰਕੇ ਮੈਂ ਹੜ੍ਹਾਂ ਤੋਂ ਨਹੀਂ ਨਿਕਲੂੰਗਾ। ਪਰ ਕੱਲ ਉਹ ਕਹਿੰਦੇ ਜੈਟ ਖੜਾ ਚੰਡੀਗੜ੍ਹ ਦੇ ਵਿੱਚ, ਚੱਲੇ ਨੇ ਬੈਂਗਲੌਰ 2 ਦਿਨਾਂ ਵਾਸਤੇ। ਹੁਣ ਹੜ੍ਹ ਕਿੱਥੇ ਗਏ? ਹੁਣ ਉਹ तमाम ਇੰਪੋਰਟੈਂਟ ਮੁੱਦੇ ਕਿੱਥੇ ਗਏ ਜਿਨ੍ਹਾਂ ਨੂੰ ਛੱਡ ਕੇ ਤੁਸੀਂ ਬੈਂਗਲੌਰ ਜਾ ਕੇ ਬਹਿ ਗਏ? ਔਰ ਬੈਂਗਲੌਰ ਦੇ ਵਿੱਚ ਜਾ ਕੇ ਭਗਵੰਤ ਮਾਨ ਉਹਨਾਂ ਕੁਝ ਬੋਲਦੇ ਨੇ ਉਸ ਮੀਟਿੰਗ ਦੇ ਵਿੱਚ ਕਿ ਨਹੀਂ? ਇਹ ਹਜੇ ਤੱਕ ਨਹੀਂ ਦੇਖਿਆ ਗਿਆ। ਕੇਜਰੀਵਾਲ ਉਹਨਾਂ ਜਿੰਨਾ ਕੋ ਕਹਿੰਦੇ ਨੇ ਬੋਲ ਦੋ, ਉਹਨਾਂ ਕੋ ਬੋਲ ਪਾਉਂਦੇ ਨੇ। ਔਰ ਹੁਣ ਇਹਨਾਂ तमाम ਗੱਲਾਂ ਦੇ ਉੱਤੇ ਉਹ ਜਿਹੜਾ ਇਕਨੋਮਿਕ ਸੈਂਸਿਟਿਵ ਜ਼ੋਨ ਸੀਗਾ, ਜਿਹੜਾ ਉਹ 12 ਏਕੜ ਸੀਗਾ, ਜਿਸ 12 ਏਕੜ ਦੀ ਡੀਮਾਰਕੇਸ਼ਨ ਦੀ ਗੱਲ ਕਰ ਰਹੇ ਹੋ, ਉਹ ਹੁਣ ਕਲੀਅਰੈਂਸ ਮਿਲ ਗਈ ਹੈ ਹਰਿਆਣਾ ਵੱਲੋਂ। ਉਹ ਖੈਰ ਕਾਗਜ਼ੀ ਗੱਲ ਹੈਗੀ ਹੈ, ਮੁੱਖ ਮੰਤਰੀ ਖੱਟੜ ਸਾਹਿਬ ਨੇ ਕਹਿਣਾ ਦੇਤੀ ਕਲੀਅਰੈਂਸ, ਉਹ ਮਿਲ ਗਈ ਕਲੀਅਰੈਂਸ। ਹੁਣ ਇਹਨਾਂ तमाम ਮੁੱਦਿਆਂ ਦੇ ਉੱਤੇ ਅੱਗੇ ਚੱਲ ਕੇ ਰਣਨੀਤੀ ਰਾਜਨੀਤੀ ਡਟ ਕੇ ਹੋਣੀ ਹੈ। ਔਰ ਉਹਦਾ ਹੀ ਇੱਕ ਸਟੇਜ ਸਜਾਇਆ ਜਾ ਰਿਹਾ। ਮੁੱਖ ਮੰਤਰੀ ਤੇ ਜਵਾਬ ਦਾ ਇੰਤਜ਼ਾਰ ਹੈ। ਬਾਜਵਾ ਸਾਹਿਬ ਤੇ ਆਰਡੀਨੈਂਸ ਦੇ ਮੁੱਦੇ ਦੇ ਉੱਤੇ ਕਾਂਗਰਸ ਦੀ ਸਪੋਰਟ ਜਿਹੜੀ ਆਮ ਆਦਮੀ ਪਾਰਟੀ ਨੂੰ ਮਿਲ ਗਈ, ਉਸ ਤੋਂ ਇੱਕ ਤਰੀਕੇ ਨਾਲ ਸਦਮੇ ਚਲੇ ਗਏ ਨੇ। ਉਹਨਾਂ ਦਾ ਬਿਆਨ ਕੋਈ ਬਹੁਤਾ ਹਜੇ ਤੱਕ ਇਸ ਮੁੱਦੇ ਤੇ ਵੀ ਦੁਬਾਰਾ ਨਹੀਂ ਆਇਆ। ਪਰ ਆਹ ਜਿਹੜੀ ਗੱਲਾਂ ਹੈਗੀਆਂ ਚੱਲ ਰਹੀ ਹੈ। ਔਰ ਸਾਂਪਲਾ ਸਾਹਿਬ ਦੀ ਗੱਲ ਤੁਸੀਂ ਮੈਨੂੰ ਪੁੱਛੀ, ਸਾਂਪਲਾ ਸਾਹਿਬ ਨੈਸ਼ਨਲ ਕਮਿਸ਼ਨ ਫॉर ਸ਼ੈਡਿਊਲ ਕਾਸਟ ਦੀ ਦੂਜੀ ਵਾਰ ਚੇਅਰਮੈਨ ਲੱਗੇ ਨੇ। ਪਹਿਲੇ ਵੀ ਉਹਨਾਂ ਨੂੰ ਲਾਇਆ ਸੀ, ਪਰ ਫਗਵਾੜੇ ਤੋਂ ਇਲੈਕਸ਼ਨ ਲੜਨ ਵਾਸਤੇ ਉਹਨਾਂ ਨੂੰ ਰਿਜ਼ਾਈਨ ਦੇਣਾ ਪਿਆ ਸੀ। ਬਾਅਦ ਚੋਂ ਇਲੈਕਸ਼ਨ ਹਾਰਨ ਤੋਂ ਬਾਅਦ ਦੁਬਾਰਾ ਉਹ ਚੇਅਰਮੈਨ ਲੱਗੇ। ਪਹਿਲੇ ਹੁਸ਼ਿਆਰਪੁਰ ਦੇ ਐਮਪੀ ਹੁੰਦੇ ਸੀ। ਅਗਲੀ ਵਾਰ ਜਦ ਐਮਪੀ ਦੀ ਟਿਕਟ ਉਹਨਾਂ ਨੂੰ ਨਹੀਂ ਮਿਲੀ ਤੇ ਉਹ ਸੋਮ ਪ੍ਰਕਾਸ਼ ਉਹਨਾਂ ਨੂੰ ਉਹਨਾਂ ਦੀ ਟਿਕਟ ਛਿਨ ਕੇ ਦੇ ਦਿੱਤੀ ਗਈ। ਉਸ ਟਾਈਮ ਸਾਂਪਲਾ ਸਾਹਿਬ ਨੇ ਕਿਹਾ ਸੀ ਪਾਰਟੀ ਨੇ ਗਊ ਹੱਤਿਆ ਕਰਤੀ। ਉਸ ਗਊ ਹੱਤਿਆ ਦੇ ਇਲਜ਼ਾਮ ਤੋਂ ਬਾਅਦ ਪਾਰਟੀ ਨੇ ਉਹਨਾਂ ਨੂੰ ਨੈਸ਼ਨਲ ਕਮਿਸ਼ਨ ਫॉर ਸ਼ੈਡਿਊਲ ਕਾਸਟ ਦਾ ਚੇਅਰਮੈਨ ਲਾਤਾ। ਹੁਣ ਗੱਲ ਇੱਥੇ ਖੜੀ ਹੈ, ਜਲੰਧਰ ਬਾਈ ਇਲੈਕਸ਼ਨ ਦੇ ਵਿੱਚ ਸਾਂਪਲਾ ਉਹਨਾਂ, ਕਿਉਂਕਿ ਜਲੰਧਰ ਤੋਂ ਹੀ ਬਿਲੋਂਗ ਕਰਦੇ ਨੇ, ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ ਔਰ ਦਿੱਤੀ ਗਈ ਇੰਦਰ ਇਕਬਾਲ ਉਹਨਾਂ ਨੂੰ। ਇਸ ਮੁੱਦੇ ਦੇ ਉੱਤੇ ਵੀ ਪਾਰਟੀ ਦੇ ਵਿੱਚ ਨਿੱਠ ਕੇ ਚਰਚਾ ਹੋਈ। ਔਰ ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਜਦ ਤੁਰੀ ਕਿ ਮੰਤਰੀ ਜਾਂ ਕੇਂਦਰ ਦੇ ਵਿੱਚ ਜਿਹੜੀ ਲੀਡਰਸ਼ਿਪ ਹੈਗੀ ਹੈ ਉਹਨਾਂ ਨੂੰ, ਖਾਸ ਕਰਕੇ ਰਾਜ ਸਭਾ ਮੈਂਬਰਸ ਨੂੰ ਅਸੀਂ ਇਲੈਕਸ਼ਨ ਦੇ ਵਿੱਚ ਉਤਾਰਾਂਗੇ। ਉਹਦੇ ਵਿੱਚ ਨਿਰਮਲਾ ਸੀਤਾਰਮਨ ਦਾ ਵੀ ਜ਼ਿਕਰ ਹੋਇਆ, ਹਰਦੀਪ ਪੁਰੀ ਉਹਨਾਂ ਦਾ ਵੀ ਜ਼ਿਕਰ ਹੋਇਆ, ਔਰ ਉਹਨਾਂ ਸਾਰੀ ਗੱਲਾਂ ਦੇ ਵਿੱਚ ਸਾਂਪਲਾ ਸਾਹਿਬ ਦਾ ਵੀ ਜ਼ਿਕਰ ਹੋਇਆ। ਇਹ ਕਿਹਾ ਜਾਂਦਾ ਹੈ ਕਿ ਸਾਂਪਲਾ ਉਹਨਾਂ ਦੀ ਦਲਿਤ ਕਮਿਊਨਿਟੀ ਪੰਜਾਬ ਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਉਹਨਾਂ ਦੀ ਪੈਠ ਹੈਗੀ ਹੈ। ਜੇ ਦਲਿਤ ਕਮਿਊਨਿਟੀ ਨੂੰ ਆਪਣੇ ਨਾਲ ਜੋੜਨਾ ਹੈ ਤੇ ਸਾਂਪਲਾ ਸਾਹਿਬ ਦਾ ਇਲੈਕਸ਼ਨ ਲੜਨਾ ਜ਼ਰੂਰੀ ਹੈ। ਔਰ ਇਹ ਉਮੀਦ ਵੀ ਕੀਤੀ ਜਾ ਰਹੀ ਹੈ ਕਿਉਂਕਿ ਸੋਮ ਪ੍ਰਕਾਸ਼ ਉਹਨਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਤੇ ਐਤਕੀ ਹੁਸ਼ਿਆਰਪੁਰ ਤੋਂ ਇਲੈਕਸ਼ਨ ਲੜ ਸਕਦੇ ਨੇ ਸਾਂਪਲਾ ਸਾਹਿਬ। ਔਰ ਇਹਦੀ ਤਿਆਰੀ ਕਰ ਲਈ ਗਈ ਹੈ। ਕੇਂਦਰੀ ਸੰਗਠਨ ਦੇ ਵਿੱਚ ਉਹਨਾਂ ਨੂੰ ਕੋਈ ਅਹੁਦਾ ਮਿਲਦਾ ਹੈ ਜਾਂ ਪੰਜਾਬ ਬੀਜੇਪੀ ਜਿਹਦੇ ਉਹ ਪ੍ਰਧਾਨ ਰਹਿ ਚੁੱਕੇ ਨੇ ਉਹਦੇ ਵਿੱਚ ਕੋਈ ਅਹੁਦਾ ਲੈਂਦੇ ਨੇ? ਹੁਣ ਅਹੁਦਾ ਤੇ ਵੱਡਾ ਹੀ ਲੈਣਗੇ ਕਿਉਂਕਿ ਪ੍ਰਧਾਨ ਤੇ ਪਹਿਲੇ ਵੀ ਰਹਿ ਚੁੱਕੇ ਨੇ। ਹੁਣ ਕੇਂਦਰੀ ਸੰਗਠਨ ਦੇ ਵਿੱਚ ਸਾਂਪਲਾ ਸਾਹਿਬ ਨੂੰ ਕੋਈ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ ਔਰ ਉਸ ਤੋਂ ਬਾਅਦ ਉਹ ਪੰਜਾਬ ਦੇ ਵਿੱਚ ਇਲੈਕਸ਼ਨ ਵੀ ਲੜ ਸਕਦੇ ਨੇ। ਇਹ ਗੱਲਾਂ ਤੇ ਆ ਗਈ ਹੈ। ਕਿੰਨਾ ਕੁ ਫਾਇਦਾ ਨੁਕਸਾਨ ਹੋਏਗਾ ਜਾਖੜ ਸਾਹਿਬ ਦੀ ਲੀਡਰਸ਼ਿਪ ਦੇ ਵਿੱਚ ਜਦ ਸਾਂਪਲਾ ਸਾਹਿਬ ਉੱਤੋਂ ਯਾਨੀ ਕੇਂਦਰੀ ਸੰਗਠਨ ਦੇ ਵਿੱਚ ਕੋਈ ਲੀਡਰ ਵੱਡੇ ਬੰਦੇ ਨੇ, ਇਹ ਕੰਬੀਨੇਸ਼ਨ ਕਿੱਦਾਂ ਬਣਦਾ ਹੈ ਇਹਦੀ ਝਲਕ ਤੇ ਹੁਣੇ ਪਿਛਲੇ ਦਿਨਾਂ 'ਚ ਮਿਲੀ ਗਈ ਸੀ। ਜਦ ਜਾਖੜ ਸਾਹਿਬ ਦਾ ਵਿਰੋਧ ਹੋ ਰਿਹਾ ਸੀ ਪ੍ਰਧਾਨ ਬਣਨ ਤੋਂ ਬਾਅਦ ਤੇ ਸਾਂਪਲਾ ਸਾਹਿਬ ਤੇ ਹਰਜੀਤ ਗਰੇਵਾਲ ਨੇ ਕਿਹਾ ਸੀਗਾ ਕਿ ਸਾਡੀ ਡਿਊਟੀ ਲਾਈ ਗਈ ਹੈ ਪਾਰਟੀ ਵੱਲੋਂ ਕਿ ਕਿਸੇ ਵੀ ਤਰੀਕੇ ਦਾ ਕੋਈ ਵਿਰੋਧ ਹੁੰਦਾ ਤੇ ਉਸ ਵਿਰੋਧ ਨੂੰ ਟੈਕਲ ਕਰੋ। ਤੇ ਹੁਣ ਉਹ ਪੀਸ ਬਾਇੰਗ ਫੋਰਸ ਜਿਹੜੀ ਬਣਾਈ ਸੀ ਉਹਦੇ ਸਾਂਪਲਾ ਸਾਹਿਬ ਨੂੰ ਵੱਡਾ ਅਹੁਦਾ ਮਿਲਣ ਜਾ ਰਿਹਾ। ਦੇਖੋ, ਜਿੱਥੋਂ ਤੱਕ ਸੋਮ ਪ੍ਰਕਾਸ਼ ਜੀ ਦਾ ਸਵਾਲ ਹੈ ਉਹ ਕਾਫੀ ਮਿਹਨਤੀ ਨੇ ਔਰ ਉਹ ਲਗਾਤਾਰ ਕਈ ਇਲੈਕਸ਼ਨਾਂ 'ਚ ਜਿੱਤੇ ਨੇ, ਪਹਿਲਾਂ ਵਿਧਾਨ ਸਭਾ 'ਚ ਵੀ ਰਹੇ ਨੇ ਔਰ ਹੁਣ ਉਹਨਾਂ ਨੇ, ਚਲੋ ਸਿਹਤ ਤਾਂ ਹਰ ਇੱਕ ਨਾਲ ਹੀ ਚੀਜ਼ਾਂ ਵਾਪਰਦੀਆਂ ਰਹਿੰਦੀਆਂ। ਕੋਵਿਡ ਦੌਰਾਨ ਉਹਨਾਂ ਨੂੰ ਥੋੜੀ ਸਮੱਸਿਆ ਆਈ ਸੀ, ਪਰ ਮੇਰੇ ਖਿਆਲ ਅਜੇ ਉਹ ਸਮਰੱਥ ਹੋਣਗੇ ਇਲੈਕਸ਼ਨ, ਉਹ ਲੜਨਾ ਚਾਹਣਗੇ, ਏਡੀ ਛੇਤੀ ਛੱਡਦੇ ਨਹੀਂ। ਹੋ ਸਕਦਾ ਉਹਨਾਂ ਲਈ ਕੋਈ ਦੂਜੀ ਜ਼ਿੰਮੇਵਾਰੀ ਵੀ ਤੈਅ ਕਰ ਲਈ ਹੋਵੇ। ਕਈ ਵਾਰੀ ਹਲਕੇ ਬਦਲਣ ਦੀ ਵੀ ਗੱਲ ਹੁੰਦੀ ਆ। ਜੇ ਅੱਜ ਦੇ ਦਿਨ ਦੇ ਵਿੱਚ ਦੇਖਿਆ ਜਾਵੇ ਤਾਂ ਸਭ ਤੋਂ ਅਹਿਮ ਸਵਾਲ ਹੈ ਕਿ ਬੀਜੇਪੀ ਹੁਣ 3 ਤੇ ਨਹੀਂ ਜ਼ਿਆਦਾ ਤੇ ਲੜਨ ਜਾ ਰਹੀ ਹੈ, ਸੋ ਅਦਲਾ ਬਦਲੀ ਵੀ ਹੋ ਸਕਦੀ ਹੈ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।